ਰੋਜ਼ਾਨਾ ਲੋਕਨਾਥ ਟੀਵੀ ਦੇ ਸਪੈਸ਼ਲ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਦੀਆਂ ਕੁਝ ਅਹਿਮ ਖਬਰਾਂ ਤੇ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਉੱਥੇ ਹੀ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੀ ਨੇ, ਤਾਂ ਉਹਨਾਂ ਚੋਣਾਂ ਦੇ ਵਿੱਚ ਕੇਂਦਰ ਸਰਕਾਰ ਨੂੰ ਸਬਕ ਸਿਖਾਉਣ ਦੇ ਲਈ ਕਿਸਾਨਾਂ ਦੇ ਵੱਲੋਂ ਵੱਡਾ ਐਕਸ਼ਨ ਚੁੱਕਿਆ ਗਿਆ ਹੈ। ਸਰਕਾਰ ਦੇ ਵਿਰੋਧ ਦੇ ਲਈ ਕਿਸਾਨ ਵੱਖ-ਵੱਖ ਸੂਬਿਆਂ ਦੇ ਵਿੱਚ ਲਾਮਬੰਦ ਹੋ ਚੁੱਕੇ ਨੇ। ਤਾਂ ਉੱਥੇ ਹੀ ਗੱਲਬਾਤ ਕਰਾਂਗੇ ਕਿ ਕੱਲ ਜਿਹੜਾ ਬੀਜੇਪੀ ਦੇ ਵਿਧਾਇਕਾਂ ਨੂੰ ਤੇ ਬੀਜੇਪੀ ਨੂੰ ਸਾਥ ਦੇਣ ਵਾਲੇ ਵਿਧਾਇਕਾਂ ਨੂੰ ਹਰਿਆਣਾ ਦੇ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਤੁਸੀਂ ਪਿੰਡਾਂ ਦੇ ਵਿੱਚ ਵੜੇ ਤਾਂ ਤੁਹਾਡਾ ਜਿਹੜਾ ਡਾਂਗਾਂ ਦੇ ਨਾਲ ਸਵਾਗਤ ਕੀਤਾ ਜਾਊਗਾ। ਤਾਂ ਅੱਜ ਕੁਝ ਉਹਨਾਂ ਦੇ ਵਿੱਚੋਂ ਵਿਧਾਇਕਾਂ ਦਾ ਪ੍ਰੋਗਰਾਮ ਸੀ ਤੇ ਇਸੇ ਡਰੋਂ ਜਿਹੜਾ ਹੈਗਾ ਲੋਕਾਂ ਦੇ ਡਰੋਂ ਉਹ ਪ੍ਰੋਗਰਾਮ ਦੇ ਵਿੱਚ ਨਹੀਂ ਪਹੁੰਚੇ, ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ। ਯਾਨੀ ਖੌਫ ਲੋਕਾਂ ਦਾ ਸਿਆਸਤਦਾਨਾਂ ਦੇ ਵਿੱਚ ਹੁਣ ਸਾਫ਼ ਝਲਕਣ ਲੱਗ ਗਿਆ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਰਾਕੇਸ਼ ਟਕੈਤ ਨੂੰ ਲੈ ਕੇ। ਰਾਕੇਸ਼ ਟਕੈਤ ਨੇ ਇਹ ਗੱਲ ਕਹਿਤੀ ਹੈ ਕਿ ਹੁਣ ਜਿਹੜੀਆਂ ਨੈਕਸਟ ਚੋਣਾਂ ਆਉਣਗੀਆਂ, ਚਾਹੇ ਯੂਪੀ ਦੇ ਵਿੱਚ ਜਾਂ ਕਿਤੇ ਹੋਰ ਵੀ, ਤਾਂ ਉਹ ਵੱਖ-ਵੱਖ ਪਾਰਟੀਆਂ ਦਾ ਜਿੱਦਾਂ ਪਹਿਲਾਂ ਸਮਰਥਨ ਕਰਦੇ ਸੀ ਤਾਂ ਉਸ ਤਰੀਕੇ ਦੇ ਨਾਲ ਉਹਨੇ ਸਾਫ਼ ਕਹਿਤਾ ਕਿ ਮੈਂ ਹੁਣ ਉਹਨਾਂ ਨੂੰ ਆਪਣੇ ਮੋਢੇ ਤੇ ਰੱਖ ਕੇ ਚਲਾਉਣ ਨਹੀਂ ਦੇਵਾਂਗਾ, ਖੁਦ ਅਸੀਂ ਜਿਹੜਾ ਹੈਗਾ ਮੈਦਾਨ ਦੇ ਵਿੱਚ ਉਤਰਾਂਗੇ। ਤਾਂ ਇਹ ਵੀ ਇੱਕ ਵੱਡੀ ਖਬਰ ਹੈ, ਇਹਦੇ ਤੇ ਵਿਚਾਰ ਚਰਚਾ ਕਰਾਂਗੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਦੀ। ਜਿਵੇਂ ਹੀ ਕੱਲ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਵੱਖ-ਵੱਖ ਸੂਬਿਆਂ ਦੇ ਵਿੱਚ, ਉਹਨਾਂ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਸ਼ਾਮਲ ਕੀਤਾ ਤਾਂ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਸਿਆਸੀ ਹਲਚਲਾਂ ਵੱਧ ਗਈਆਂ ਨੇ। ਤਾਂ ਉੱਥੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ, ਪੰਜਾਬ ਕਾਂਗਰਸ ਦੇ ਉੱਪਰ, ਕਿ ਜੇਕਰ ਕਾਂਗਰਸ ਹਾਈਕਮਾਨ ਨਵਜੋਤ ਸਿੱਧੂ ਨੂੰ ਬਾਹਰਲੇ ਸੂਬਿਆਂ ਦੇ ਵਿੱਚ ਯਾਨੀ ਕਿ ਦੇਸ਼ ਦੇ ਵਿੱਚ ਪੂਰਨ ਤਰੀਕੇ ਦੇ ਨਾਲ ਵਰਤ ਸਕਦੀ ਹੈ ਤਾਂ ਫਿਰ ਪੰਜਾਬ ਦੇ ਵਿੱਚ ਵਰਤਣ ਤੋਂ ਕਿਉਂ ਹਿਚਕਿਚਾ ਰਹੀ ਹੈ। ਇਹ ਮਸਲੇ ਦੇ ਉੱਪਰ ਗੱਲਬਾਤ ਕਰਾਂਗੇ, ਤਫਸੀਲ ਦੇ ਨਾਲ ਗੱਲਬਾਤ ਕਰਾਂਗੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕਮੀ ਹੈ ਕਿੱਥੇ ਜਾਂ ਫਿਰ ਇਸ ਗੱਲ ਦੇ ਪਿੱਛੇ ਸਿਆਸਤ ਕੀ ਚੱਲ ਰਹੀ ਹੈ। ਮੇਰੇ ਨਾਲ ਮੌਜੂਦ ਹਨ ਕਿ ਸਾਡੇ ਸੀਨੀਅਰ ਸਹਿਯੋਗੀ ਪ੍ਰੋਫੈਸਰ PS ਭੋਗਲ ਸਾਹਿਬ। ਭੋਗਲ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੁਖਵਿੰਦਰ ਔਰ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਭੋਗਲ ਸਾਹਿਬ, ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਕਿ ਕਿਸਾਨ ਜਥੇਬੰਦੀਆਂ ਲਾਮਬੰਦ ਹੋ ਚੁੱਕੀਆਂ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ, ਖੇਤੀ ਕਾਨੂੰਨਾਂ ਦੇ ਖਿਲਾਫ। ਉਹ ਕਹਿੰਦੇ ਕਿ ਅਸੀਂ ਹੁਣ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਕੇਂਦਰ ਸਰਕਾਰ ਇਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਧੋਖੇ ਕਰਦੀ ਹੈ ਤਾਂ ਤੁਸੀਂ ਵੀ ਧੋਖੇ ਦੇ ਵਿੱਚ ਨਾ ਆ ਜਾਣਾ। ਤਾਂ ਦੂਜੇ ਪਾਸੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਕਿ ਅਣਸਿੱਧੇ ਤੌਰ ਤੇ ਇਹ ਦੂਜੀਆਂ ਜਿਹੜੀਆਂ ਬੀਜੇਪੀ ਦੀਆਂ ਵਿਰੋਧੀ ਪਾਰਟੀਆਂ ਨੇ, ਕਿਸਾਨ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਜਾਂ ਫਿਰ ਦੂਜੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਕਿਸਾਨਾਂ ਨੂੰ ਵਰਤ ਰਹੀਆਂ ਨੇ। ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਸੁਖਵਿੰਦਰ, ਬੜੀ ਸਪਸ਼ਟ ਔਰ ਸਿੱਧੀ ਗੱਲ ਹੈ ਕਿ ਸਾਡਾ ਦੇਸ਼ ਲੋਕਤੰਤਰ ਹੈ ਔਰ ਸਾਡੇ ਦੇਸ਼ ਦੇ ਵਿੱਚ ਕੋਈ ਵੱਡਾ ਮਸਲਾ ਪੈਂਦਾ ਤਾਂ ਉਸ ਦੇ ਉੱਤੇ ਸਿਆਸਤ ਹੋਣੀ ਔਰ ਸਿਆਸੀ ਲੋਕਾਂ ਦਾ ਉਹਦਾ ਸਮਰਥਨ ਕਰਨਾ ਜਾਂ ਉਹਦਾ ਵਿਰੋਧ ਕਰਨਾ ਇੱਕ ਬੜੀ ਕੁਦਰਤੀ ਜੀ ਗੱਲ ਹੈ। ਕਿਸਾਨ ਮਸਲਾ ਜਿਹੜਾ ਹੈ ਇਹ ਕੋਈ ਛੋਟਾ ਮਸਲਾ ਨਹੀਂ ਹੈ। ਸਾਡੇ ਦੇਸ਼ ਦੀ ਇੱਕ ਬਹੁਤ ਵੱਡੀ ਆਬਾਦੀ ਦੀ ਜਿਹੜੀ ਹੋਂਦ ਹੈ ਉਸ ਨਾਲ ਸੰਬੰਧਿਤ ਇਹ ਮਸਲਾ ਹੈ। ਕਿਸਾਨਾਂ ਦੀ ਜਿਹੜੀ ਆਰਥਿਕਤਾ ਹੈ, ਕਿਸਾਨਾਂ ਦੀ ਜਿਹੜੀ ਸਮਾਜਿਕ ਜ਼ਿੰਦਗੀ ਹੈ ਜੋ ਇਹਦੇ ਨਾਲ ਪ੍ਰਭਾਵਿਤ ਹੋਏਗੀ, ਇੱਕ ਬਹੁਤ ਬੜਾ ਮਸਲਾ ਹੈ। ਤੇ ਆਪਾਂ ਕਿੱਦਾਂ ਕਹਿ ਸਕਦੇ ਹਾਂ ਕਿ ਇਸ ਦੇ ਵਿੱਚ ਕੋਈ ਰਾਜਨੀਤੀ ਨਾ ਆਵੇ ਜਾਂ ਕੋਈ ਰਾਜਨੀਤਿਕ ਪਾਰਟੀ ਇਸ ਨੂੰ ਸਪੋਰਟ ਨਾ ਕਰੇ ਜਾਂ ਕੋਈ ਇਹਦਾ ਫਾਇਦਾ ਹੀ ਭਾਵੇਂ ਲੈਣਾ ਚਾਹੁੰਦਾ ਹੋਵੇ। ਤੇ ਇਹ ਸਾਰੀਆਂ ਗੱਲਾਂ ਬਹੁਤ ਕੁਝ ਨੇ ਲੋਕਤੰਤਰ। ਅਸੀਂ ਦੇਖਦੇ ਸਾਡੀ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ, ਜਿਸ ਤਰ੍ਹਾਂ ਮੈਂ ਦੇਖਦਾ ਪਿੱਛੇ ਜੇ ਇੱਕ ਸਵਾਲ ਉੱਠਿਆ ਕਿ ਜੀ ਯੋਗਿੰਦਰ ਯਾਦਵ ਦਾ ਕਿਸਾਨ ਅੰਦੋਲਨ ਨਾਲ ਕੀ ਲੈਣਾ ਦੇਣਾ। ਸਾਡੀ ਆਜ਼ਾਦੀ ਦੀ ਲੜਾਈ ਦੇ ਵਿੱਚ ਬਾਰਦੌਲੀ ਸੱਤਿਆਗ੍ਰਹਿ ਹੋਇਆ, ਨੀਲ ਸੱਤਿਆਗ੍ਰਹਿ ਹੋਇਆ, ਹੋਰ ਸੱਤਿਆਗ੍ਰਹਿ ਹੋਏ, ਕਿਸਾਨਾਂ ਦੇ ਨਿਰੋਲ ਸੱਤਿਆਗ੍ਰਹਿ ਸੀ। ਮਹਾਤਮਾ ਗਾਂਧੀ ਜਾ ਕੇ ਉੱਥੇ ਲੀਡਰਸ਼ਿਪ ਪ੍ਰੋਵਾਈਡ ਕਰਦੇ ਸੀ। ਬਾਰਦੌਲੀ ਸੱਤਿਆਗ੍ਰਹਿ ਦੇ ਵਿੱਚੋਂ ਸਰਦਾਰ ਪਟੇਲ ਨਿਕਲੇ। ਨਾ ਸਰਦਾਰ ਪਟੇਲ ਦਾ ਕਿਸਾਨਾਂ ਨਾਲ ਲੈਣਾ ਦੇਣਾ ਸੀ, ਨਾ ਗਾਂਧੀ ਦਾ ਕੋਈ ਲੈਣਾ ਦੇਣਾ ਸੀ। ਸੋ ਲੀਡਰਸ਼ਿਪ ਜਿਹੜੀ ਹੈਗੀ ਹੈ ਉਹ ਕਿਤੋਂ ਵੀ ਆ ਸਕਦੀ ਹੈ। ਐਡਾ ਵੱਡਾ ਇਨਕਲਾਬ ਜਿਹੜਾ ਹੈ ਸੋਵੀਅਤ ਯੂਨੀਅਨ ਦੇ ਵਿੱਚ ਹੋਇਆ, ਲੈਨਿਨ ਉਸ ਦੇ ਲੀਡਰ ਸੀ। ਲੈਨਿਨ ਵਰਕਿੰਗ ਕਲਾਸ ਚੋਂ ਨਹੀਂ ਸੀਗੇ, ਲੈਨਿਨ ਜਿਹੜੇ ਹੈ ਗਰੀਬ ਵਰਗ ਚੋਂ ਨਹੀਂ। ਸੋ ਲੀਡਰਸ਼ਿਪ ਆ ਸਕਦੀ ਹੈ, ਪੋਲੀਟੀਕਲ ਗਾਈਡੈਂਸ ਕਿਤੋਂ ਵੀ ਮਿਲ ਸਕਦੀ ਹੈ। ਤੇ ਕਿਸਾਨ ਜਿਹੜੇ ਸਾਡੀ ਜਥੇਬੰਦੀਆਂ ਹੈਗੀਆਂ ਉਹਨਾਂ ਨੂੰ ਰਾਜਨੀਤੀ ਪਾਰਟੀਆਂ ਦਾ ਸਹਿਯੋਗ ਮਿਲਣਾ ਬੜੀ ਕੁਦਰਤੀ ਜੀ ਗੱਲ ਹੈ, ਜਾਂ ਉਹਨਾਂ ਦਾ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਜੁੜਨਾ ਜਾਂ ਕਿਸੇ ਪਾਰਟੀ ਦਾ ਵਿਰੋਧ ਕਰਨਾ ਉਹ ਵੀ ਬੜੀ ਕੁਦਰਤੀ ਗੱਲ ਹੈ। ਤਾਂ ਇਹਦੇ 'ਚ ਕੋਈ ਵੀ ਕਿਸੇ ਕਿਸਮ ਦੀ ਹੈਰਾਨੀ ਨਹੀਂ ਹੈ। ਇਹ ਇੱਕ ਖਾਮ-ਖਾ ਜਿਹੜਾ ਹੈ ਸਰਕਾਰੀ ਧਿਰ ਜਿਹੜੀ ਹੈ RSS BJP ਜਿਹੜੀ ਹੈ ਉਸਨੇ ਇੱਕ ਰੌਲਾ ਪਾਇਆ ਹੋਇਆ। ਦੇਖੋ ਜੀ, ਕਿਸਾਨੀ ਅੰਦੋਲਨ ਦੇ ਉੱਤੇ ਰਾਜਨੀਤੀ ਹੁੰਦੀ ਹੈ। ਭਾਈ ਲੋਕਤੰਤਰ ਹੈ, ਜਦੋਂ ਇੱਥੇ ਮਸਲਾ ਆਏਗਾ ਤਾਂ ਉਹਦੇ ਤੇ ਰਾਜਨੀਤੀ ਹੋਏਗੀ ਹੀ ਹੋਏਗੀ। ਰਾਜਨੀਤੀ ਸੁਭਾਵਕ ਹੈ, ਕੋਈ ਇਹਦੇ 'ਚ ਵੱਡੀ ਗੱਲ ਨਹੀਂ ਹੈ। ਖੁਦ ਕਰ ਸਕਦੇ ਹਰ ਛੋਟੀ ਗੱਲ ਤੇ। ਧਰਮ ਤੇ ਰਾਜਨੀਤੀ ਕਰਦੇ ਜਿੱਥੇ ਰਾਜਨੀਤੀ ਹੋਣੀ ਨਹੀਂ ਚਾਹੀਦੀ, ਤਾਂ ਇਹ ਤਾਂ ਸਾਡਾ ਸਮਾਜਿਕ ਮਸਲਾ। ਜੇ ਇੱਥੇ ਰਾਜਨੀਤੀ ਹੁੰਦੀ ਹੈ ਜਾਂ ਰਾਜਨੀਤਿਕ ਧਿਰਾਂ ਦਾ ਕੋਈ ਵਿਰੋਧ ਤੇ ਜਾਂ ਸਮਰਥਨ ਹੁੰਦਾ ਤਾਂ ਬਹੁਤ ਕੁਦਰਤੀ ਗੱਲ ਹੈ। ਸੋ ਇਹ ਤਾਂ ਬੜੀ ਸੁਭਾਵਿਕ ਜੀ ਗੱਲ ਹੈ ਤੇ ਹੋ ਰਿਹਾ ਹੈ। ਤੇ ਸਾਡੇ ਕਿਸਾਨ ਨੇ, ਕਿਉਂਕਿ ਇਹ ਸਰਕਾਰ ਜਿਹੜੀ ਹੈ ਬਜ਼ਿੱਦ ਹੋਈ ਹੈ ਕਿ ਕਿਸਾਨੀ ਮਸਲੇ ਦੇ ਉੱਤੇ ਉਹਨਾਂ ਨੇ ਕੋਈ ਸੁਣਨਾ ਨਹੀਂ,
ਉਹਨਾਂ ਦੀ ਕੋਈ ਮੰਗ ਨਹੀਂ ਮੰਨੀ, ਉਹਨਾਂ ਦੇ ਵੱਲ ਧਿਆਨ ਨਹੀਂ ਕੀਤਾ, ਤੇ ਕਿਸਾਨਾਂ ਨੇ ਇਹ ਫੈਸਲਾ ਕੀਤਾ ਕਿ ਇਹ ਜਿਹੜੇ 5 ਰਾਜਾਂ ਦੇ ਵਿੱਚ ਚੋਣਾਂ ਹੋ ਰਹੀਆਂ, ਉੱਥੇ ਜਾ ਕੇ ਉਹ ਕੇਂਦਰ ਦੀ ਬੀਜੇਪੀ ਸਰਕਾਰ ਦਾ ਵਿਰੋਧ ਕਰਨਗੇ ਔਰ ਲੋਕਾਂ ਨੂੰ ਬੀਜੇਪੀ ਆਰਐਸਐਸ ਦੀਆਂ ਜਿਹੜੀਆਂ ਚਾਲਾਂ ਹੈ, ਜਿਹੜਾ ਉਹਨਾਂ ਦਾ ਕੈਪੀਟਲਿਸਟ ਏਜੰਡਾ ਹੈ, ਜਿਹੜਾ ਉਹਨਾਂ ਦਾ ਕਾਰਪੋਰੇਟ ਅੱਗੇ ਸਾਰਾ ਕੁਝ ਸਰੈਂਡਰ ਕਰਨ ਦਾ ਏਜੰਡਾ ਹੈ ਔਰ ਫੁੱਟਪਾਊ ਰਾਜਨੀਤੀ ਵਾਲਾ ਜਿਹੜਾ ਏਜੰਡਾ ਹੈ ਉਸ ਨੂੰ ਐਕਸਪੋਜ਼ ਕਰਨਗੇ। ਜ਼ਾਹਿਰ ਹੈ ਉਹਦਾ ਫਾਇਦਾ ਜਿਹੜਾ ਹੈ, ਜਿਹੜੀਆਂ ਪਾਰਟੀਆਂ ਉਹਨਾਂ ਰਾਜਾਂ ਦੇ ਵਿੱਚ ਐਗਜ਼ਿਸਟਿੰਗ ਮੌਜੂਦਾ ਪਾਰਟੀਆਂ ਜਾਂ ਬੀਜੇਪੀ ਦੇ ਸਮਰਥਨ ਵਾਲੀਆਂ ਪਾਰਟੀਆਂ ਦਾ ਦੇ ਵਿਰੋਧ ਨੇ, ਉਹਨਾਂ ਨੂੰ ਫਾਇਦਾ ਹੋਏਗਾ। ਫੋਰ ਐਗਜ਼ਾਮਪਲ ਜੇ ਅਸੀਂ ਬੰਗਾਲ ਦੀ ਗੱਲ ਕਰੀਏ, ਰਕੇਸ਼ ਕੈਦ ਭੋਗਲ ਸਾਹਿਬ ਇਹ ਗੱਲ ਕਹਿ ਚੁੱਕੇ ਨੇ ਕਿ ਲੋਕ ਜਿਸ ਨੂੰ ਚਾਹਣ ਉਹ ਵੋਟ ਪਾ ਸਕਦੇ ਆ, ਸਿਰਫ ਉਹਨਾਂ ਨੂੰ ਛੱਡ ਕੇ ਜੋ ਦੇਸ਼ ਵੇਚ ਰਹੇ ਨੇ ਤੇ ਜੋ ਦੇਸ਼ ਵੇਚਣਾ ਚਾਹੁੰਦੇ ਨੇ। ਦੇਖੋ, ਉਹਨਾਂ ਦਾ ਇਹੀ ਕਹਿਣਾ ਬਣਦਾ ਕਿ ਅਸੀਂ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰ ਰਹੇ, ਲੇਕਿਨ ਸਪਸ਼ਟ ਹੈ ਕਿ ਜਦੋਂ ਉਹ ਬੀਜੇਪੀ ਆਰਐਸਐਸ ਦਾ ਵਿਰੋਧ ਕਰਨਗੇ ਤਾਂ ਵੈਸਟ ਬੰਗਾਲ 'ਚ ਉਹਦਾ ਸਿੱਧਾ ਫਾਇਦਾ ਜਿਹੜਾ ਹੈ ਉਹ ਤ੍ਰਿਣਮੂਲ ਕਾਂਗਰਸ, ਜਿਹੜੀ ਮਮਤਾ ਬੈਨਰਜੀ ਦੀ ਪਾਰਟੀ ਹੈ, ਉਸ ਨੂੰ ਹੋਏਗਾ, ਕਿਉਂਕਿ ਸਭ ਤੋਂ ਬੜੀ ਵਿਰੋਧੀ ਆਰਐਸਐਸ ਬੀਜੇਪੀ ਦੀ ਉੱਥੇ ਉਹ ਹੈ। ਇਸੇ ਤਰ੍ਹਾਂ ਜੇ ਅਸੀਂ ਤਾਮਿਲਨਾਡੂ ਜਾਈਏ ਤਾਂ ਤਾਮਿਲਨਾਡੂ ਦੇ ਵਿੱਚ ਜਿਹੜੀ ਡੀਐਮਕੇ ਹੈ, ਦ੍ਰਵਿੜ ਮੁਨੇਤਰ ਕਜ਼ਗਮ ਪਾਰਟੀ ਜਿਹੜੀ ਹੈ, ਉਹ ਕਰੁਣਾਨਿਧੀ ਦੀ ਜਿਹੜੀ ਪਾਰਟੀ ਹੈ, ਅੱਜ ਕੱਲ੍ਹ ਉਹਦਾ ਬੇਟਾ ਸਟਾਲਿਨ ਉਹਦਾ ਪ੍ਰਧਾਨ ਬਣਿਆ ਹੋਇਆ ਕਰੁਣਾਨਿਧੀ ਦੀ ਮੌਤ ਤੋਂ ਬਾਅਦ। ਜ਼ਾਹਿਰ ਹੈ ਕਿ ਕਿਸਾਨ ਅੰਦੋਲਨ ਦਾ ਫਾਇਦਾ ਉਸ ਨੂੰ ਹੋਏਗਾ ਔਰ ਤਾਮਿਲਨਾਡੂ ਦੇ ਵਿੱਚ ਤਾਦਾਦ ਬਹੁਤ ਬੜੀ ਹੈ। ਸਾਡੇ ਦਰਸ਼ਕਾਂ ਨੂੰ ਯਾਦ ਹੋਵੇਗਾ ਕਿ 2 ਸਾਲ ਪਹਿਲਾਂ ਤਾਮਿਲਨਾਡੂ ਤੋਂ ਨੰਗੇ ਧੜ ਕਿਸਾਨ ਜਿਹੜੇ ਹੈ ਪੈਦਲ ਚੱਲ ਕੇ ਦਿੱਲੀ ਆਏ ਸੀ, ਗਲੇ ਦੇ ਵਿੱਚ ਖੋਪੜੀਆਂ ਦੀਆਂ ਮਾਲਾਂ ਪਾ ਕੇ ਜੰਤਰ ਮੰਤਰ ਤੇ ਕਾਫੀ ਦਿਨ ਧਰਨੇ ਤੇ ਬੈਠੇ ਰਹੇ, ਲੇਕਿਨ ਉਦੋਂ ਵੀ ਸਰਕਾਰ ਦੇ ਕੰਨ ਜੂਨ ਨਹੀਂ ਸੀ ਰਹਿੰਗੀ। ਪਰ ਅਫਸੋਸ ਦੀ ਗੱਲ ਹੈ ਕਿ ਉਦੋਂ ਪੰਜਾਬ ਔਰ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਵੱਲ ਕੋਈ ਗੌਰ ਨਹੀਂ ਸੀ ਕੀਤਾ। ਤੋ ਇੱਕ ਕਿਸਾਨਾਂ ਦਾ ਬਹੁਤ ਬੜਾ ਜਿਹੜਾ ਹੈ ਵਰਗ ਹੈਗਾ ਉਸ ਰਾਜ ਦੇ ਵਿੱਚ, ਤੇ ਉੱਥੇ ਜ਼ਾਹਿਰ ਹੈ ਕਿ ਇਹ ਉੱਥੇ ਜਿਹੜੀ ਦ੍ਰਵਿੜ ਮੁਨੇਤਰ ਕਜ਼ਗਮ ਪਾਰਟੀ ਹੈ ਡੀਐਮਕੇ, ਉਹ ਵਿਰੋਧ ਦੇ ਵਿੱਚ ਹੈ ਬੀਜੇਪੀ ਔਰ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕਜ਼ਗਮ ਦਾ ਜਿਹੜਾ ਗੱਠਜੋੜ ਹੈ, ਤੇ ਉਹਨਾਂ ਨੂੰ ਫਾਇਦਾ ਹੋਣਾ ਹੀ ਹੋਣਾ ਹੈ ਇਸ ਗੱਲ ਜੀ। ਤੋ ਕਹਿ ਦਿਆ ਕਿਸਾਨ ਨੇਤਾ ਭਾਵੇਂ ਇਹ ਕਹਿੰਦੇ ਰਹਿਣ ਕਿ ਉਹ ਕਿਸੇ ਦੇ ਪੱਖ ਦੇ ਵਿੱਚ ਨਹੀਂ ਕਨਵੈਸ ਕਰ ਰਹੇ, ਲੇਕਿਨ ਆਟੋਮੈਟਿਕ ਹੈ ਕਿ ਜਦੋਂ ਉਹ ਬੀਜੇਪੀ ਆਰਐਸਐਸ ਦਾ ਵਿਰੋਧ ਕਰਨਗੇ ਤਾਂ ਉਹਨਾਂ ਦੇ ਵਿਰੋਧ ਦੇ ਵਿੱਚ ਲੜ ਰਹੀਆਂ ਮੁੱਖ ਧਾਰਾਵਾਂ ਦੀਆਂ ਪਾਰਟੀਆਂ ਜਿਹੜੀਆਂ ਹੈ ਉਹਨਾਂ ਨੂੰ ਫਾਇਦਾ ਹੋਣਾ ਹੀ ਹੋਣਾ ਹੈ। ਜੀ, ਤਾਂ ਹੁਣ ਗੱਲਬਾਤ ਕਰੀਏ ਕਿ ਕੱਲ ਜਿਹੜਾ ਆਪਾਂ ਖਬਰ ਤੇ ਵਿਚਾਰ ਚਰਚਾ ਕੀਤੀ ਸੀ ਕਿ ਜਿਹੜੀਆਂ ਹਰਿਆਣੇ ਦੀ ਵਿਧਾਨ ਸਭਾ ਦੇ ਅੰਦਰ ਜਿਹੜਾ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ ਕਾਂਗਰਸ ਦੇ ਵੱਲੋਂ, ਉਹਦੇ ਸੰਦਰਭ ਦੇ ਵਿੱਚ ਵੋਟ ਪਾਈ ਗਈ ਜਿਹੜੇ ਵਿਧਾਇਕਾਂ ਦੇ ਵੱਲੋਂ ਬੀਜੇਪੀ ਸਰਕਾਰ ਦੇ ਹੱਕ ਦੇ ਵਿੱਚ, ਤਾਂ ਉਹਨਾਂ ਨੂੰ ਸਾਫ਼ ਤੌਰ ਤੇ ਚੇਤਾਵਨੀ ਦੇ ਦਿੱਤੀ ਸੀ ਲੋਕਾਂ ਨੇ। ਕਹਿੰਦੇ ਕਿ ਜੇਕਰ ਤੁਸੀਂ ਪਿੰਡਾਂ 'ਚ ਵੜੇ ਤਾਂ ਤੁਹਾਡਾ ਅਸੀਂ ਸਵਾਗਤ ਡਾਂਗਾਂ ਨਾਲ ਕਰਾਂਗੇ। ਅੱਜ ਕੁਝ ਵਿਧਾਇਕਾਂ ਦਾ ਪ੍ਰੋਗਰਾਮ ਵੀ ਸੀਗਾ, ਤਾਂ ਉੱਥੇ ਲੋਕਾਂ ਦਾ ਇਕੱਠ ਦੇਖ ਕੇ ਵਿਧਾਇਕ ਸਾਹਿਬ ਇੰਨੇ ਡਰ ਗਏ ਕਿ ਉਹਨਾਂ ਨੇ ਆਪਣਾ ਪ੍ਰੋਗਰਾਮ ਰੱਦ ਕਰਨਾ ਹੀ ਬਿਹਤਰ ਸਮਝਿਆ। ਬਿਲਕੁਲ ਖਬਰਾਂ ਆਈਆਂ ਨੇ ਅੱਜ। ਦੇਖੋ, ਹਰਿਆਣੇ ਦੇ ਵਿੱਚ ਬਹੁਤ ਜ਼ਬਰਦਸਤ ਅੰਦੋਲਨ ਚੱਲਿਆ। ਪੰਜਾਬ ਤੋਂ ਬਾਅਦ ਜੇ ਕਿਸੇ ਪ੍ਰਾਂਤ ਦੇ ਵਿੱਚ ਪੂਰਾ ਮੋਮੈਂਟਮ, ਪੂਰਾ ਵੇਗ ਸੀ ਇਸ ਅੰਦੋਲਨ ਦਾ, ਤਾਂ ਹਰਿਆਣੇ ਦੇ ਵਿੱਚ ਬਣਿਆ ਜੀ। ਤੇ ਹਰਿਆਣਾ ਖੇਤੀ ਪ੍ਰਧਾਨ ਸੂਬਾ, ਜਿਸ ਤਰ੍ਹਾਂ ਪੰਜਾਬ ਖੇਤੀ ਪ੍ਰਧਾਨ ਸੂਬਾ, ਹਰਿਆਣੇ ਦੇ ਲੋਕਾਂ ਦੀ ਆਰਥਿਕਤਾ ਖੇਤੀ ਨਾਲ ਜੁੜੀ ਹੋਈ ਹੈ। ਤੋ ਜ਼ਾਹਿਰ ਹੈ ਉੱਥੋਂ ਦੇ ਲੋਕਾਂ ਦੇ ਵਿੱਚ ਬਹੁਤ ਬੜਾ ਗੁੱਸਾ ਹੈ ਔਰ ਹਰਿਆਣੇ 'ਚ ਅਨਫੋਰਚੂਨੇਟਲੀ, ਬਦਕਿਸਮਤੀ ਨਾਲ, ਮੈਂ ਲਫ਼ਜ਼ ਯੂਜ਼ ਕਰ ਰਿਹਾ, ਬਦਕਿਸਮਤੀ ਨਾਲ ਉੱਥੇ ਬੀਜੇਪੀ ਦੀ ਸਰਕਾਰ ਹੈ ਔਰ ਉਸ ਬੀਜੇਪੀ ਦੀ ਸਰਕਾਰ ਨੂੰ ਜਿਹੜੀ ਹੈ ਇੱਕ ਫੈਕਸ਼ਨ ਜਿਹੜੀ ਹੈ ਟੁੱਟੀ ਇਨੈਲੋ ਵੱਲੋਂ, ਔਰ ਜਿਹੜੀ ਜੇਜੇਪੀ ਪਾਰਟੀ ਬਣੀ, ਦੁਸ਼ਯੰਤ ਚੌਟਾਲਾ ਜਿਹਦੇ ਸਿੰਘ ਚੌਟਾਲਾ ਦਾ ਬੇਟਾ ਉਹ ਉਪ ਮੁੱਖ ਮੰਤਰੀ ਬਣਿਆ, 10 ਵਿਧਾਇਕ ਉਹਨਾਂ ਦੇ ਨੇ ਸਮਰਥਨ ਦੇ ਰਹੇ ਨੇ, ਉਹਨਾਂ ਦੇ ਸਮਰਥਨ ਕਰਕੇ ਹੀ ਉਹ ਸਰਕਾਰ ਬਣੀ। ਕੁਝ ਇੰਡੀਪੈਂਡੈਂਟ ਵਿਧਾਇਕ ਜਿਹੜੇ ਹੈ ਉਹ ਵੀ ਸਰਕਾਰ ਨੂੰ ਸਮਰਥਨ ਦੇ ਰਹੇ ਨੇ। ਤੇ ਲੋਕਾਂ ਦਾ ਜਿਹੜਾ ਹੈ, ਲੋਕਾਂ ਨੂੰ ਉਮੀਦ ਸੀ ਕਿ ਇਹ ਜਿਹੜੇ ਕਿਸਾਨ ਨੇਤਾ ਨੇ, ਜਿਹੜੇ ਕਿਸਾਨਾਂ ਦੀਆਂ ਵੋਟਾਂ ਲੈ ਕੇ ਜਿੱਤੇ ਨੇ, ਬੀਜੇਪੀ ਨੂੰ ਛੱਡ ਲਈਏ ਤਾਂ ਜਿਹੜੀ ਜੇਜੇਪੀ ਪਾਰਟੀ ਹੈ ਉਸਦੇ 10 ਵਿਧਾਇਕ ਖਾਲਿਸ ਕਿਸਾਨੀ ਮਸਲੇ ਨੂੰ ਲੈ ਕੇ ਉਹਨਾਂ ਨੇ ਇਲੈਕਸ਼ਨ ਲੜਿਆ ਸੀ, ਬੀਜੇਪੀ ਦੇ ਖਿਲਾਫ ਬੋਲ ਕੇ ਇਲੈਕਸ਼ਨ ਲੜਿਆ ਸੀ। ਇਸੇ ਤਰ੍ਹਾਂ ਕੁਝ ਇੰਡੀਪੈਂਡੈਂਟ ਆਏ। ਤਾਂ ਬੜੀ ਉਮੀਦ ਸੀ ਕਿਸਾਨਾਂ ਨੂੰ ਕਿ ਇਹ ਸਰਕਾਰ ਦੇ ਖਿਲਾਫ ਮਤ ਦੇਣਗੇ ਤੇ ਸਰਕਾਰ ਜਿਹੜੀ ਹੈ ਉਹ ਗਿਰ ਜਾਏਗੀ। ਲੇਕਿਨ ਇਹ ਜਿਹੜੇ ਇਹ ਵਿਧਾਇਕ ਸੀਗੇ, ਇਹਨਾਂ ਨੇ ਉਹੀ ਕੀਤਾ ਜੋ ਸਾਡੇ ਦੇਸ਼ ਦੇ ਵਿੱਚ ਹੋ ਰਿਹਾ ਕਿ ਤੁਸੀਂ ਲੋਕਾਂ ਤੋਂ ਵੋਟਾਂ ਕਿਸੇ ਨਾਂ ਤੇ ਲੈਂਦੇ ਹੋ, ਬਾਅਦ ਦੇ ਵਿੱਚ ਆਪਣੀਆਂ ਜਿਹੜੀ ਫਾਇਦੇ ਨੁਕਸਾਨ ਦੇਖ ਕੇ ਉਹਦੇ ਹਿਸਾਬ ਨਾਲ ਪਾਰਲੀਮੈਂਟ ਜਾਂ ਵਿਧਾਨ ਸਭਾ ਦੇ ਵਿੱਚ ਤੁਸੀਂ ਆਪਣਾ ਸਾਰਾ ਕੰਮ ਕਰਦੇ ਹੋ। ਤਾਂ ਇਸ ਕਰਕੇ ਹੁਣ ਉਹ ਸਰਕਾਰ ਤਾਂ ਬਚ ਗਈ, ਲੇਕਿਨ ਲੋਕਾਂ ਨੇ ਫੈਸਲਾ ਕੀਤਾ ਕਿ ਜਿਹੜੇ ਵੀ ਇਹ ਵਿਧਾਇਕ ਹੈਗੇ ਇਹਨਾਂ ਨੂੰ ਨਹੀਂ ਜਾਣ ਦਿੱਤਾ ਜਾਊਗਾ, ਇਹਨਾਂ ਦਾ ਜੀਣਾ ਮੁਹਾਲ ਕੀਤਾ ਜਾਊਗਾ। ਤੇ ਹਰਿਆਣਾ ਦੇ ਵਿੱਚ ਵੀ ਉਹੀ ਭਾਵਨਾ ਜਿਹੜੀ ਪੰਜਾਬ ਦੇ ਵਿੱਚ ਹੈ, ਤੇ ਮੈਨੂੰ ਕੋਈ ਹੈਰਾਨੀ ਨਹੀਂ ਹੈ ਬਲਕਿ ਖੁਸ਼ੀ ਹੋਈ ਕਿ ਲੋਕਾਂ ਨੇ ਕਮਰ ਕੱਸਾ ਕੀਤਾ ਔਰ ਇਹ ਵਿਧਾਇਕ ਜਿਹੜੇ ਹੈਗੇ ਆਪਣੇ ਆਪਣੇ ਇਲਾਕਿਆਂ ਜਾਣ ਤੋਂ ਡਰਨਗੇ। ਤਾਂ ਜਾਂ ਤਾਂ ਇਹ ਸਮਰਥਨ ਵਾਪਸ, ਆਉਣ ਵਾਲੇ ਦਿਨਾਂ 'ਚ ਦੁਬਾਰਾ ਵੀ ਇਹ ਹੋ ਸਕਦਾ ਕਿ ਉਹ ਸਮਰਥਨ ਵਾਪਸ ਲੈਣ, ਜੇ ਨਹੀਂ ਲੈਂਦੇ ਤਾਂ ਫਿਰ ਉਹਨਾਂ ਨੂੰ ਆਉਣ ਵਾਲੀ ਜਿਹੜੀ ਜਦੋਂ ਵੀ ਇਲੈਕਸ਼ਨ ਹੋਣਗੇ ਹਰਿਆਣੇ ਦੇ ਵਿੱਚ, ਤਾਂ ਕਿਸਾਨਾਂ ਦੇ ਗੁੱਸੇ ਦਾ, ਆਮ ਲੋਕਾਂ ਦੇ ਗੁੱਸੇ ਦਾ ਉਹਨਾਂ ਨੂੰ ਜਿਹੜਾ ਹੈ ਸਾਹਮਣਾ ਕਰਨਾ ਪਏਗਾ।
ਉਹ ਪੇਂਡੂ ਇਲਾਕਿਆਂ ਦੇ ਵਿੱਚ ਜਾਂ ਨੀਮ ਸ਼ਹਿਰੀ ਖੇਤਰਾਂ ਦੇ ਵਿੱਚ ਨਹੀਂ ਜਾਣਗੇ ਤੇ ਲੋਕ ਵਿਰੋਧ ਕਰਨਗੇ, ਹੋ ਸਕਦਾ ਕਿਤੇ ਹਿੰਸਾ ਵੀ ਹੋ ਜਾਏ। ਤੋ ਇਹ ਲੋਕਾਂ ਦੀਆਂ ਭਾਵਨਾਵਾਂ ਆਹਤ ਹੋਈਆਂ ਤੇ ਜਦੋਂ ਲੋਕਤੰਤਰ ਵਿੱਚ ਲੋਕਾਂ ਦੇ ਕਿਸੇ ਵਰਗ ਦੀ ਸੁਣਵਾਈ ਨਾ ਹੋਵੇ ਤਾਂ ਉਸਦੇ ਕੋਲ ਫਿਰ ਹੋਰ ਕੋਈ ਚਾਰਾ ਨਹੀਂ ਜਾਂਦਾ ਕਿ ਉਹ ਪ੍ਰੋਟੈਸਟ ਦੇ ਉੱਤੇ ਉਤਰੇ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਕਰੇ। ਹਾਲਾਂਕਿ ਬੜੀ ਮੰਦਭਾਗੀ ਗੱਲ ਹੁੰਦੀ ਹੈ, ਲੋਕਤੰਤਰ ਦੇ ਵਿੱਚ ਲੋੜ ਹੁੰਦੀ ਹੈ ਕਿ ਸਰਕਾਰ ਰਿਸਪੌਂਡ ਕਰੇ, ਲੋਕਾਂ ਦੇ ਛੋਟੇ ਤੋਂ ਛੋਟੇ ਵਰਗ ਦੀ ਵੀ ਜੇ ਕੋਈ ਮੰਗ ਉੱਠਦੀ ਹੈ ਤੇ ਉਹਦੇ ਵੱਲ ਗੌਰ ਕਰੇ, ਉਸਨੂੰ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰੇ। ਲੇਕਿਨ ਸਾਡੀ ਤਾਂ ਸਰਕਾਰ ਨੇ ਕਮਾਲ ਹੀ ਕਰ ਦਿੱਤੀ, ਇੱਕ ਐਡਾ ਵੱਡਾ ਵਰਗ ਜਿਹੜਾ ਹੈ ਕਿਸਾਨਾਂ ਦਾ ਇਕੱਠਾ ਹੋਇਆ ਔਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਜਿਹੜੀ ਸਰਕੀ, ਤੇ ਫਿਰ ਲੋਕਾਂ ਦੇ ਕੋਲ ਤੇ ਹੋਰ ਕੋਈ ਚਾਰਾ ਹੀ ਇਸ ਸਰਕਾਰ ਦਾ ਵਿਰੋਧ ਕਰਨ, ਔਰ ਜਿਸ ਤਰ੍ਹਾਂ ਕਰਨਗੇ ਸਾਨੂੰ ਦੇਖਣਾ ਪਏਗਾ। ਬਿਲਕੁਲ। ਤਾਂ ਹੁਣ ਗੱਲਬਾਤ ਕਰੀਏ ਜੇ ਪਾਰਟੀਆਂ ਦਾ ਤਾਂ ਵਿਰੋਧ ਲਗਾਤਾਰ ਕਿਸਾਨਾਂ ਦੇ ਵੱਲੋਂ ਜਾਰੀ ਹੈ, ਵੱਖ-ਵੱਖ ਰਾਜਨੀਤਿਕ ਦਲਾਂ ਦਾ, ਖਾਸ ਕਰਕੇ ਜਿਹੜਾ ਹੈਗਾ ਆਪਾਂ ਭਾਜਪਾ ਦੀ ਗੱਲ ਕਰੀਏ ਤਾਂ ਰਾਕੇਸ਼ ਟਿਕੈਤ ਨੇ ਹੁਣ ਵੱਡਾ ਬਿਆਨ ਦਿੱਤਾ। ਕਹਿੰਦੇ ਰਾਕੇਸ਼ ਟਿਕੈਤ ਕਹਿੰਦੇ ਆ ਕਿ ਅਸੀਂ ਭਾਜਪਾ ਦੇ ਖਿਲਾਫ ਹੁਣ ਖੁਦ ਸਿਆਸੀ ਮੈਦਾਨ ਦੇ ਵਿੱਚ ਉਤਰਾਂਗੇ, ਹੋਰ ਰਾਜਨੀਤਿਕ ਦਲਾਂ ਦਾ ਅਸੀਂ ਸਿਆਸੀ ਮੋਢਾ ਨਹੀਂ ਬਣਾਂਗੇ। ਇਹ ਤੋਂ ਤੁਸੀਂ ਕੀ ਭਾਵ ਰੱਖਦੇ ਹੋ ਕਿ ਰਾਕੇਸ਼ ਟਿਕੈਤ ਕੀ ਕਹਿਣਾ ਚਾਹੁੰਦੇ ਨੇ? ਇਸ ਦੇ ਦੋ ਮਾਇਨੇ ਕੱਢੇ ਜਾ ਸਕਦੇ ਆ, ਦੋਵੇਂ ਆਪਸ ਦੇ ਵਿੱਚ ਸਮਾਨ ਅੰਤਰ ਹੈ, ਵਿਰੋਧਾਭਾਸ ਨਹੀਂ ਹੈ। ਇੱਕ ਤਾਂ ਇਹ ਹੈ ਕਿ ਕਾਫੀ ਦੇਰ ਤੋਂ ਇਹ ਚੀਜ਼ ਗੱਲ ਉੱਠਦੀ ਰਹੀ ਹੈ ਕਿ ਕਿਸਾਨ ਮੋਰਚਾ ਜਿਹੜਾ ਹੈ ਕੀ ਇਹ ਰਾਜਨੀਤਿਕ ਦਲ ਦਾ ਰੂਪ ਅਖਤਿਆਰ ਕਰ ਲਏਗਾ। ਇਹ ਕਾਫੀ ਦੇਰ ਤੋਂ ਗੱਲ ਚਰਚਾ ਹੈ, ਬੁੱਧੀਜੀਵੀਆਂ ਦੇ ਵਿੱਚ ਜਿਹੜਾ ਹੈ ਚੱਲਦਾ ਰਿਹਾ ਸੀਗਾ। ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਕਿਸਾਨ ਕਿਸੇ ਵੀ ਰਾਜਨੀਤਿਕ ਪੋਲੀਟੀਕਲ ਪਾਰਟੀ ਦੀ ਸ਼ੇਪ ਨਹੀਂ ਲੈ ਸਕਦੇ, ਕਿਉਂਕਿ ਇਹ ਬਹੁਤ ਸਾਰੀਆਂ ਜਥੇਬੰਦੀਆਂ 'ਚ ਪਹਿਲਾਂ ਹੀ ਜਿਹੜੇ ਹੈ ਵੰਡੇ ਹੋਏ ਹੈ, ਤਕਰੀਬਨ 38-39 ਜਥੇਬੰਦੀਆਂ ਪੰਜਾਬ ਦੀਆਂ, ਔਰ ਇਸੇ ਤਰ੍ਹਾਂ ਹੀ ਯੂਪੀ ਵਿੱਚ ਵੀ ਕੁਝ ਜਥੇਬੰਦੀਆਂ। ਹਾਲਾਂਕਿ ਰਾਕੇਸ਼ ਟਿਕੈਤ ਜਿਹੜੇ ਹੈ ਪ੍ਰਮੁੱਖ ਨੇਤਾ ਬਣ ਕੇ ਜਿਹੜੇ ਹੈ ਉਸ ਦੇ ਉਭਰੇ ਹੈ, 32 ਜਥੇਬੰਦੀਆਂ। ਲੇਕਿਨ ਹੁਣ ਰਾਕੇਸ਼ ਟਿਕੈਤ ਨੇ ਇਹ ਗੱਲ ਕਹੀ ਹੈ ਕਿ ਅਸੀਂ ਖੁਦ ਇੱਕ ਰਾਜਨੀਤਿਕ ਧਿਰ ਜਿਹੜੀ ਹੈ ਉਹ ਬਣਾਂਗੇ ਔਰ ਦੂਸਰੀਆਂ ਪੋਲੀਟੀਕਲ ਪਾਰਟੀਜ਼ ਨੂੰ ਆਪਣਾ ਮੋਢਾ ਨਹੀਂ ਦੇਵਾਂਗੇ। 100% ਤਾਂ ਇਹ ਨਹੀਂ ਹੋ ਸਕਦਾ, ਲੇਕਿਨ ਰਾਕੇਸ਼ ਟਿਕੈਤ ਦੇ ਜੇ ਪੱਖ ਤੋਂ ਲਈਏ, ਜਿਹੜਾ ਦੂਸਰਾ ਪੱਖ ਹੈ ਕਿ ਵੈਸਟਰਨ ਯੂਪੀ ਜਿਹੜਾ ਮੇਰਠ ਦਾ ਇਲਾਕਾ ਹੈ, ਇਹ ਸਾਰਾ ਏਰੀਆ ਹੈਗਾ ਪੱਛਮੀ ਜਿਹੜਾ ਹੈ ਯੂਪੀ ਦਾ ਇਲਾਕਾ ਜਿਹੜਾ ਹੈ, ਉੱਥੇ ਕਿਸਾਨਾਂ ਦੀ ਬਹੁਤਾਤ ਹੈ। ਉੱਥੋਂ ਬਹੁਤ ਬੜਾ ਅੰਦੋਲਨ ਗਾਜ਼ੀਪੁਰ ਬੈਰੀਅਰ ਦੇ ਉੱਤੇ ਚਲਾਇਆ ਗਿਆ ਉਹਨਾਂ ਲੋਕਾਂ ਦੇ ਵੱਲੋਂ। ਤਕਰੀਬਨ 100 ਸੀਟਾਂ ਜਿਹੜੀਆਂ ਹੈ ਯੂਪੀ ਵਿਧਾਨ ਸਭਾ ਦੀਆਂ ਉਸ ਇਲਾਕੇ ਦੇ ਵਿੱਚ ਹੈ। ਪਿਛਲੇ ਜਿਹੜੇ ਵਿਧਾਨ ਸਭਾ ਇਲੈਕਸ਼ਨ ਸੀ, ਜਿਹਦੇ ਵਿੱਚ ਇਹ ਯੋਗੀ ਆਦਿੱਤਿਆਨਾਥ ਨਾਂ ਦਾ ਵਿਅਕਤੀ ਜਿਹੜਾ ਹੈ ਇਸ ਵੇਲੇ ਉੱਥੇ ਚੀਫ ਮਿਨਿਸਟਰ ਬਣਿਆ ਹੋਇਆ, ਇਸ ਨੂੰ ਉਹਨਾਂ ਨੇ ਸਮਰਥਨ ਕੀਤਾ ਸੀਗਾ। ਰਾਕੇਸ਼ ਟਿਕੈਤ ਦੀਆਂ ਪਰਿਵਾਰ ਦੀਆਂ ਔਰ ਉਹਨਾਂ ਦੀਆਂ ਆਪਣੀਆਂ ਰਾਜਨੀਤਿਕ ਮਹੱਤਵਾਕਾਂਖਿਆਵਾਂ ਵੀ ਹੈ। ਬੀਜੇਪੀ ਦੇ ਨਾਲ ਉਹ ਰਲਣ ਦੀ ਪਹਿਲਾਂ ਕੋਸ਼ਿਸ਼ ਵੀ ਕਰਦੇ ਰਹੇ ਨੇ। ਇਸ ਕਰਕੇ ਉਹਨਾਂ ਨੇ ਗੱਲ ਇਹ ਸਪਸ਼ਟ ਕੀਤੀ ਹੈ, ਕਿਉਂਕਿ ਉਹਨਾਂ ਦੇ ਛੋਟਾ ਜਿਹੜਾ ਭਰਾ ਹੈ ਪਿੱਛੇ ਜੇ, ਉਹ ਵੀ ਉਹਨਾਂ ਨੇ ਵੀ ਕੁਝ ਬਿਆਨ ਦਿੱਤੇ ਜਿਸ ਤੋਂ ਲੱਗਦਾ ਸੀ ਕਿ ਸ਼ਾਇਦ ਉਹ ਬੀਜੇਪੀ ਦੇ ਨੇੜੇ ਨੇ। ਉਹ ਜਿਹੜਾ ਭੁਲੇਖਾ ਹੈ ਉਸ ਨੂੰ ਦੂਰ ਕਰਨ ਦੇ ਲਈ ਰਾਕੇਸ਼ ਟਿਕੈਤ ਨੇ ਹੁਣ ਇਹ ਬਿਆਨ ਦਿੱਤਾ ਹੈ ਕਿ ਉਹ ਜੋ ਵੀ ਰਾਜਨੀਤੀ ਕਰਨਗੇ, ਚਾਹੇ ਉਹ ਖੁਦ ਚੋਣਾਂ ਦੇ ਵਿੱਚ ਆਉਣ, ਕੋਈ ਰਾਜਨੀਤਿਕ ਦਲ ਬਣਾਉਣ, ਕਿਉਂਕਿ ਸਾਡੇ ਦਰਸ਼ਕਾਂ ਨੂੰ ਮੈਂ ਯਾਦ ਦਿਵਾ ਦਿਆਂ ਕਿ ਵੈਸਟਰਨ ਯੂਪੀ ਤੋਂ ਬਹੁਤ ਵੱਡੇ ਜਿਹੜੇ ਹੈ ਕਿਸਾਨ ਨੇਤਾ ਪੈਦਾ ਹੋਏ ਨੇ। ਉਹਨਾਂ ਦੇ ਵਿੱਚੋਂ ਇੱਕ ਚੌਧਰੀ ਚਰਨ ਸਿੰਘ ਭਾਰਤ ਦੇ ਜਿਹੜੇ ਹੈ ਉਹ ਥੋੜ੍ਹੀ ਦੇਰ ਲਈ ਪ੍ਰਧਾਨ ਮੰਤਰੀ ਵੀ ਬਣੇ ਸੀਗੇ। ਉੱਤਰੀ ਭਾਰਤ ਦੀ ਰਾਜਨੀਤੀ ਜਿਹੜੀ ਹੈ, ਲੋਕ ਦਲ ਉਹਨਾਂ ਨੇ ਪਾਰਟੀ ਬਣਾਈ ਸੀ, ਉਹਦਾ ਮਹੱਤਵਪੂਰਨ ਰੋਲ ਰਿਹਾ। ਅੱਜ ਕੱਲ੍ਹ ਉਹਨਾਂ ਦੇ ਬੇਟੇ ਚੌਧਰੀ ਅਜੀਤ ਸਿੰਘ ਹੈਗੇ ਨੇ, ਉਹ ਉਹਨੇ ਸਕਰੀਏ ਤੇ ਨਹੀਂ ਜਿੰਨੇ ਚੌਧਰੀ ਚਰਨ ਸਿੰਘ ਕਿਸੇ ਵੇਲੇ ਹੋਇਆ ਕਰਦੇ ਸੀ। ਇਸੇ ਤਰ੍ਹਾਂ ਰਾਕੇਸ਼ ਟਿਕੈਤ ਦੇ ਜਿਹੜੇ ਬਾਪ ਸੀਗੇ ਚੌਧਰੀ ਮਹਿੰਦਰ ਸਿੰਘ ਟਿਕੈਤ, ਸਾਰੇ ਦੇਸ਼ ਦੇ ਜਿਹੜੇ ਅਗਰਣੀ ਕਿਸਾਨ ਨੇਤਾ ਸੀਗੇ, ਜਿਨ੍ਹਾਂ ਨੇ ਵੋਟ ਕਲੱਬ ਦੇ ਉੱਤੇ ਲੱਖਾਂ ਦੀ ਗਿਣਤੀ 'ਚ ਕਿਸਾਨਾਂ ਨੂੰ ਜਮ੍ਹਾਂ ਕਰਕੇ ਉਸ ਵੇਲੇ ਦੀ ਸਰਕਾਰ ਦੇ ਨੱਕ 'ਚ ਦਮ ਕਰ ਦਿੱਤਾ ਸੀ। ਤੋਂ ਵੈਸਟਰਨ ਯੂਪੀ ਦੀ ਕਿਸਾਨ ਰਾਜਨੀਤੀ ਬੜੀ ਸਕਰੀय ਰਹੀ ਹੈ। ਤੋ ਰਾਕੇਸ਼ ਟਿਕੈਤ ਜਿਹੜੇ ਹੈ ਉਹ ਬੜੇ ਕਲੀਅਰ ਹੋਣਾ ਚਾਹੁੰਦੇ ਇਸ ਬਾਰੇ ਦੇ ਵਿੱਚ ਕਿ ਉਹਨਾਂ ਨੇ ਇੱਕ ਸਪਸ਼ਟ ਕਰ ਦਿੱਤਾ ਕਿ ਆਉਣ ਵਾਲੇ ਚੁਣਾਵਾਂ ਦੇ ਵਿੱਚ ਵੈਸਟਰਨ ਯੂਪੀ ਤੋਂ ਉਹਨਾਂ ਨੂੰ ਕਿਸਾਨਾਂ ਦਾ ਸਮਰਥਨ ਨਹੀਂ ਮਿਲੇਗਾ। ਜੋ ਵੀ ਸਮਰਥਨ ਹੋਏਗਾ ਉਹ ਜਾਂ ਤਾਂ ਉਹ ਖੁਦ ਆਪਣੀ ਪਾਰਟੀ ਬਣਾ ਲੈਣਗੇ, ਜਿਸ ਤਰ੍ਹਾਂ ਪਹਿਲਾਂ ਲੋਕ ਦਲ ਬਣੀ ਸੀ ਚੌਧਰੀ ਚਰਨ ਸਿੰਘ ਵੇਲੇ, ਜਾਂ ਫਿਰ ਉਹ ਕਿਸੇ ਹੋਰ ਐਸੀ ਚੁਣਾਵੀ ਸ਼ਕਲ ਦੇ ਵਿੱਚ ਆਉਣਗੇ ਜਿਹਦੇ ਨਾਲ ਉਹਨਾਂ ਨੂੰ ਡਾਇਰੈਕਟ ਮਾਫ ਕਰਨਾ, ਮੈਂ ਤੁਹਾਨੂੰ ਰੋਕਣਾ ਚਾਹੂੰਗਾ ਕਿ ਰਾਕੇਸ਼ ਟਿਕੈਤ ਦੇ ਇਸ ਬਿਆਨ ਦਾ ਅਸਰ ਪੰਜਾਬ ਦੇ ਵਿੱਚ ਵੀ ਦਿਖੂਗਾ, ਕਿਉਂਕਿ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਸਾਲ ਦੇ ਵਿੱਚ ਜਿਹੜਾ ਥੋੜਾ ਹੀ ਸਮਾਂ ਰਹਿ ਗਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਨੇ, ਤੇ ਇੱਥੇ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਨੇ ਕਿਸਾਨਾਂ ਦੇ ਵੱਲੋਂ। ਲੋਕ ਲਾਮਬੰਦ ਵੀ ਹੋ ਚੁੱਕੇ ਨੇ ਜਿਹੜੇ ਲੀਡਰਾਂ ਦੇ ਅਗੇਂਸਟ, ਚਾਹੇ ਉਹ ਕਿਸੇ ਵੀ ਕੋਈ ਵੀ ਰਾਜਨੀਤਿਕ ਦਲ ਦੇ ਲੀਡਰ ਹੋਣ। ਤਾਂ ਕੀ ਇਹ ਤੇ ਅਸਰ ਹੋਏਗਾ 2022 ਦੀਆਂ ਚੋਣਾਂ ਤੇ ਪੰਜਾਬ ਅੰਦਰ ਵੀ ਰਾਕੇਸ਼ ਟਿਕੈਤ ਦੇ ਇਸ ਬਿਆਨ ਦਾ? ਕਿ ਪੰਜਾਬ ਦੇ ਕਿਸਾਨ ਲੀਡਰ ਵੀ ਕੁਝ ਸੋਚ ਸਕਦੇ ਆ ਟਿਕੈਤ ਦੇ ਇਸ ਬਿਆਨ ਤੋਂ ਬਾਅਦ? ਮਸਲਾ ਇਹ ਹੈ ਕਿ
ਪੰਜਾਬ ਦੀ ਵਿੱਚ ਹਾਲਾਂਕਿ ਫਾਰਮਰ ਅੰਦੋਲਨ ਬਹੁਤ ਮਜ਼ਬੂਤੀ ਨਾਲ ਚੱਲਿਆ, ਲੇਕਿਨ ਦੁਖਾਂਤ ਤੇ ਹੈ ਕਿ ਪੰਜਾਬ ਦੇ ਵਿੱਚ ਇੱਕ ਜਿਹੜੀ ਹੈ ਕੋਈ ਕਲੀਅਰ ਕੱਟ ਲੀਡਰਸ਼ਿਪ ਇਸ ਅੰਦੋਲਨ ਦੀ ਨਹੀਂ ਉੱਭਰ ਰਹੀ। ਰਾਜੇਵਾਲ ਨੇ, ਇਸੇ ਤਰ੍ਹਾਂ ਦੂਸਰੇ ਧੜੇ ਨੇ, ਜੋਗਿੰਦਰ ਸਿੰਘ ਉਗਰਾਹਾਂ ਨੇ, ਇਹ ਆਪਸ ਦੇ ਵਿੱਚ ਜਿਹੜੇ ਹੈ ਇਕੱਠੇ ਹੁੰਦੇ ਨਜ਼ਰ ਆਏ ਹੀ ਨਹੀਂ ਸਾਰੇ ਅੰਦੋਲਨ ਦੇ ਵਿੱਚ। ਕੋਈ ਕੋਸ਼ਿਸ਼ ਇਸ ਤਰ੍ਹਾਂ ਦੀ ਨਹੀਂ ਕੀਤੀ ਗਈ ਕਿ ਪੰਜਾਬ ਦਾ ਵੀ ਕੋਈ ਸਿਰਕੱਢ ਜਿਹੜਾ ਹੈ ਕਿਸਾਨ ਨੇਤਾ, ਇੱਕ ਕਿਸਾਨ ਨੇਤਾ ਜਿਹੜਾ ਹੈ ਇਸ ਨੂੰ ਆਵੇ। ਜੇ ਕਿਸਾਨ ਅੰਦੋਲਨ ਨੂੰ ਰਾਜਨੀਤਿਕ ਪਾਰਟੀ ਦੀ ਸ਼ਕਲ ਦੇਣੀ ਹੈ ਤਾਂ ਜ਼ਾਹਿਰ ਹੈ ਕਿਸੇ ਇੱਕ ਲੀਡਰ, ਕਿਸੇ ਇੱਕ ਪਰਸਨੈਲਿਟੀ ਦੀ ਲੀਡਰਸ਼ਿਪ ਦੇ ਉੱਤੇ ਐਗਰੀ ਕਰਨਾ ਪਏਗਾ, ਉਹਦੇ ਨਾਲ ਦੂਸਰੇ ਸਾਥੀ ਜੁੜਨਗੇ। ਲੇਕਿਨ ਬਦਕਿਸਮਤੀ ਨਾਲ ਪੰਜਾਬ ਦੇ ਕਿਸਾਨ ਅੰਦੋਲਨ ਨੇ ਇਸ ਤਰ੍ਹਾਂ ਦਾ ਕੋਈ ਵੀ ਕਰੈਕਟਰਿਸਟਿਕ, ਇਸ ਤਰ੍ਹਾਂ ਦਾ ਕੋਈ ਵੀ ਲੱਛਣ ਜਿਹੜਾ ਹੈ ਉਹ ਨਹੀਂ ਦਿਖਾਇਆ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੇ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਹੈ ਇਹ ਕੋਈ ਰਾਜਨੀਤਿਕ ਰੂਪ ਲਏਗਾ। ਇਸ ਦਾ ਅਸਰ ਜਿਹੜਾ ਹੈ ਉਹ ਬੀਜੇਪੀ ਵਿਰੋਧੀ ਪਾਰਟੀਆਂ ਨੂੰ ਜਿਹੜਾ ਹੈ ਉਹ ਹੋ ਜਾਏਗਾ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਬੀਜੇਪੀ ਤਾਂ ਬੀਜੇਪੀ ਤੁਹਾਨੂੰ ਪਤਾ ਹੀ ਹੈ ਭੋਗਲ ਸਾਹਿਬ ਹਾਸ਼ੀਏ ਤੇ ਹੈ, ਪੰਜਾਬ ਦੇ ਵਿੱਚ ਤਾਂ ਕੋਈ ਏਡਾ ਕੋਈ ਵਿਰੋਧ ਕਰਨ ਵਾਲਾ ਬੀਜੇਪੀ ਦਾ, ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਪਹਿਲਾਂ ਹਾਸ਼ੀਏ ਤੇ। ਇਸ ਕਰਕੇ ਉਸ ਵਿਰੋਧ ਦਾ ਨੁਕਸਾਨ ਜਿਹੜਾ ਹੈ ਉਹ ਕਿਸੇ ਨੂੰ ਖਾਸ ਨਹੀਂ ਹੁੰਦਾ। ਅਕਾਲੀ ਦਲ ਵੀ ਪਹਿਲਾਂ ਹੀ ਬਹੁਤ ਬੁਰੀ ਹਾਲਤ ਦੇ ਵਿੱਚ ਹੈ ਤੇ ਕਾਂਗਰਸ ਜਿਹੜੀ ਹੈ ਉਹਦੇ ਵਿਰੋਧ ਦੇ ਵਿੱਚ ਹੈ ਨਹੀਂ ਮੂਵਮੈਂਟ। ਇਸ ਕਰਕੇ ਕਾਂਗਰਸ ਨੂੰ ਹੀ ਐਡਵਾਂਟੇਜ ਇਸ ਚੀਜ਼ ਦਾ ਹੈਗਾ। ਤੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਜੇ ਸ਼ਾਇਦ ਜਿਸ ਤਰ੍ਹਾਂ ਚੌਧਰੀ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਉੱਥੇ ਕੋਈ ਰਾਜਨੀਤਿਕ ਦਲ ਬਣਾ ਸਕਦੇ ਹਾਂ, ਜੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਕਲੀਅਰ ਕੱਟ ਲੀਡਰਸ਼ਿਪ ਹੁੰਦੀ ਤਾਂ ਕਿਸਾਨੀ ਅੰਦੋਲਨ ਕਿਸੇ ਪੋਲੀਟੀਕਲ ਪਾਰਟੀ ਦਾ ਫਾਰਮ ਲੈ ਸਕਦਾ ਸੀ। ਪਰ ਬਦਕਿਸਮਤੀ ਉਹ ਹੈ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ। ਸਾਡੇ ਕੋਲ ਕੋਈ ਇੱਕ ਇਸ ਤਰ੍ਹਾਂ ਦਾ ਇੱਕ ਚਿਹਰਾ ਨਹੀਂ ਹੈ ਜਿਹੜਾ ਕਿਸਾਨਾਂ ਨੂੰ ਜਿਹੜਾ ਰਿਪਰੈਜ਼ੈਂਟ ਕਰੇ। 32 ਜਾਂ 38 ਜਥੇਬੰਦੀਆਂ ਨੇ ਅਲੱਗ-ਅਲੱਗ, ਉਹ ਇਸ ਇਸ਼ੂ ਦੇ ਉੱਤੇ ਤਾਂ ਇਕੱਠੇ ਹੋ ਕੇ ਉਹਨਾਂ ਨੇ ਅੰਦੋਲਨ ਚਲਾਇਆ, ਲੇਕਿਨ ਜਦੋਂ ਸੱਤਾ ਸੁੱਖ ਭੋਗਣ ਦਾ ਕੰਮ ਆਏਗਾ, ਜਦੋਂ ਇਲੈਕਸ਼ਨ ਲੜਨ ਦਾ ਕੰਮ ਆਏਗਾ ਤਾਂ ਉਹ ਉਸੇ ਤਰ੍ਹਾਂ ਵੰਡੇ ਕੇ ਉਹ ਕਿਸੇ ਕਿਸਮ ਦੀ ਯੂਨਿਟੀ ਦੀ ਜਿਹੜੀ ਹੈ ਸ਼ੋਅ ਨਹੀਂ ਕਰ ਪਾ ਰਹੇ। ਔਰ ਫਿਰ ਪੰਜਾਬ ਦੇ ਇਲੈਕਸ਼ਨਾਂ ਦੇ ਵਿੱਚ ਸਮਾਂ ਇੰਨਾ ਘੱਟ ਰਹਿ ਗਿਆ ਹੈਗਾ ਕਿ ਇੱਕ ਪੋਲੀਟੀਕਲ ਪਾਰਟੀ ਨੂੰ ਆਰਗੇਨਾਈਜ਼ ਕਰਨਾ ਔਰ ਉਸ ਤਰੀਕੇ ਨਾਲ ਉਹਦਾ ਗਠਨ ਕਰਨਾ, ਸੰਗਠਨ ਕਰਨਾ। ਪੰਜਾਬ ਦੇ ਵਿੱਚ ਲੋਕ ਕਿਸਾਨਾਂ ਦੇ ਮਗਰ ਬਹੁਤ ਨੇ। ਕੀ ਸਿਰਫ ਇਕੱਠ ਹੀ ਮੰਨਿਆ ਜਾਵੇ? ਕਿਉਂਕਿ ਵੱਖ-ਵੱਖ ਚਾਹੇ ਆਪਾਂ ਅੰਦੋਲਨ ਦੀ ਗੱਲ ਕਰੀਏ ਤਾਂ ਲੋਕ ਇਹ ਗੱਲ ਕਹਿ ਰਹੇ ਨੇ ਕਿ ਲੋਕ ਉੱਥੇ ਆਪ ਮੁਹਾਰੇ ਪਹੁੰਚ ਰਹੇ ਨੇ। ਤਾਂ ਜਿਹੜੀਆਂ 2-3 ਮਹਾਪੰਚਾਇਤ ਪੰਜਾਬ ਦੇ ਵਿੱਚ ਹੋਈਆਂ ਨੇ ਤਾਂ ਉਹਨਾਂ ਦੇ ਵਿੱਚ ਵੀ ਬਹੁਤ ਭਾਰੀ ਇਕੱਠ ਲੋਕਾਂ ਦਾ ਦੇਖਣ ਨੂੰ ਮਿਲਿਆ। ਨਹੀਂ, ਉਹਦੀ ਵਜ੍ਹਾ ਇਹ ਹੈ ਕਿ ਇੱਕ ਤਾਂ ਜਿਹੜਾ ਇਸ਼ੂ ਹੈ ਉਹ ਆਮ ਲੋਕਾਂ ਨੂੰ ਸਿੱਧੇ ਤੌਰ ਦੇ ਉੱਤੇ ਇਫੈਕਟ ਕਰ ਰਿਹਾ ਹੈ। ਇਹ ਅਸੀਂ ਇਹ ਨਹੀਂ, ਮੈਂ ਬਿਲਕੁਲ ਕ੍ਰੈਡਿਟ ਨਹੀਂ ਦਿਆਂਗਾ ਬਲਬੀਰ ਸਿੰਘ ਰਾਜੇਵਾਲ ਨੂੰ ਜਾਂ ਜੋਗਿੰਦਰ ਸਿੰਘ ਉਗਰਾਹਾਂ ਨੂੰ ਕਿ ਉਹਨਾਂ ਦੇ ਕਰਕੇ ਲੋਕ ਇਕੱਠੇ ਹੋਏ ਨੇ। ਲੋਕ ਉਹਨਾਂ ਦੇ ਮਗਰ ਲੱਗੇ ਨੇ ਕਿਉਂਕਿ ਮਸਲਾ ਹੀ ਬਹੁਤ ਗੰਭੀਰ ਹੈ। ਕਿਸਾਨਾਂ ਨੂੰ ਸਮਝ ਆਈ ਇਸ ਗੱਲ ਦੀ ਕਿ ਜੋ ਕੁਝ ਵੀ ਹੋ ਰਿਹਾ, ਤੁਸੀਂ ਇਹਦਾ ਵਿਰੋਧ ਨਾ ਕੀਤਾ ਤਾਂ ਸਾਡਾ ਜਿਹੜਾ ਹੈ ਜ਼ਿੰਦਗੀ ਖਤਮ ਹੋ ਜਾਏਗੀ। ਸਾਡੀਆਂ ਜ਼ਮੀਨਾਂ ਦੇ ਉੱਤੇ ਜੇ ਸਾਡਾ ਜਿਹੜੀ ਐਗਰੀਕਲਚਰਲ ਇਕੋਨੋਮੀ ਹੈ ਸਾਡੀ, ਉਹ ਬਹੁਤ ਬੁਰੀ ਤਰੀਕੇ ਨਾਲ ਪ੍ਰਭਾਵਿਤ ਹੋਏਗੀ। ਇਸ ਕਰਕੇ ਉਸ ਇਸ਼ੂ ਕਰਕੇ ਇਸ ਨੂੰ ਸਮਰਥਨ ਹੈ ਬਹੁਤ ਬੜਾ ਔਰ ਇਸੇ ਕਰਕੇ ਲੋਕ ਉਹਨਾਂ ਦੇ ਮਗਰ ਨੇ। ਲੇਕਿਨ ਜਦੋਂ ਆਉਂਦਾ ਹੈ ਇਲੈਕਸ਼ਨ ਔਰ ਜਦੋਂ ਜਿਹੜੇ ਲੋਕਲ ਪੋਲੀਟੀਕਲ ਇਸ਼ੂਜ਼ ਨੇ ਉਹ ਵੀ ਨਾਲ ਭਾਰੀ ਹੋ ਜਾਣਗੇ, ਖਾਸ ਤੌਰ ਤੇ ਜਦੋਂ ਕੋਈ ਇੱਕ ਚਿਹਰਾ ਸਾਨੂੰ ਇੱਦਾਂ ਦਾ ਇਸ ਅੰਦੋਲਨ ਨੇ ਨਹੀਂ ਕੱਢਿਆ ਕਿ ਜਿਹੜਾ ਉਸ ਨੂੰ ਲੀਡਰਸ਼ਿਪ ਪ੍ਰੋਵਾਈਡ ਕਰ ਸਕੇ, ਤਾਂ ਫਿਰ ਉਹਦਾ ਜਿਹੜਾ ਹੈਗਾ ਫਾਇਦਾ ਕਿਸਾਨ ਜਿਹੜੇ ਨੇਤਾ ਹੈ ਉਹ ਨਹੀਂ ਲੈ ਸਕਦੇ। ਇਹ ਹੋ ਸਕਦਾ ਹੈ ਕਿ ਆਜ਼ਾਦ ਚੋਣਾਂ ਜਿੱਤ ਕੇ ਕੋਈ 5-7 ਕਿਸਾਨ ਨੇਤਾ ਖੁਦ ਵਿਧਾਨ ਸਭਾ ਦੇ ਵਿੱਚ ਆ ਜਾਣ, ਲੇਕਿਨ ਪੋਲੀਟੀਕਲ ਪਾਰਟੀ ਦਾ ਫਾਰਮ ਲੈਣ ਵੀ ਮੈਨੂੰ ਨਹੀਂ ਲੱਗਦੀ। ਫਿਰ ਤੋਂ ਮੈਂ ਕਹਿਣਾ ਚਾਹੁੰਦਾ ਕਿ ਵੈਸਟਰਨ ਯੂਪੀ ਦੀ ਜਿਹੜੀ ਸਥਿਤੀ ਹੈ ਉਹ ਬਿਲਕੁਲ ਇਸ ਨਾਲੋਂ ਫਰਕ ਹੈ। ਉੱਥੇ ਇੱਕ ਲੀਡਰਸ਼ਿਪ ਫੇਸ ਜਿਹੜਾ ਹੈ ਸਪਸ਼ਟ ਨਜ਼ਰ ਆ ਰਿਹਾ ਹੈ, ਚੌਧਰੀ ਰਾਕੇਸ਼ ਟਿਕੈਤ, ਦੂਸਰਾ ਕੋਈ ਨਾ ਹੀ ਨਹੀਂ ਹੈ। ਇਸ ਕਰਕੇ ਰਾਕੇਸ਼ ਟਿਕੈਤ ਨੂੰ ਉੱਥੇ ਪੋਲੀਟੀਕਲ ਪਾਰਟੀ ਬਣਾਉਣਾ ਬਹੁਤ ਸੌਖਾ ਹੈਗਾ ਕਿਉਂਕਿ ਸਾਰੇ ਲੋਕ ਜਿਹੜੇ ਹੈ ਯੂਨੀਲੇਟਰਲੀ ਉਹਨਾਂ ਦੇ ਨਾਲ ਜੁੜਨ ਦੀ ਤਿਆਰ ਬੈਠੇ ਹੈ। ਲੇਕਿਨ ਪੰਜਾਬ 'ਚ ਇਸ ਤਰ੍ਹਾਂ ਦਾ ਕੋਈ ਮੰਜ਼ਰ ਸਾਡੇ ਕੋਲ ਮਨਾਜ਼ਰ ਨਹੀਂ ਹੈਗਾ। ਸੋ ਪੰਜਾਬ 'ਚ ਕੋਈ ਵੀ ਉਮੀਦ ਨਹੀਂ ਨਜ਼ਰ ਆਉਂਦੀ। ਬਿਲਕੁਲ। ਤਾਂ ਭੋਗਲ ਸਾਹਿਬ, ਲਾਸਟ ਤੇ ਆਪਾਂ ਗੱਲਬਾਤ ਕਰਾਂਗੇ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਦੀ। ਨਵਜੋਤ ਸਿੰਘ ਸਿੱਧੂ ਤੇ ਆਪਾਂ ਜਦੋਂ ਕੱਲ ਚਰਚਾ ਕੀਤੀ, ਉਸ ਤੋਂ ਬਾਅਦ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਵੀ ਲਿਆ ਗਿਆ, ਉਹਦੇ ਤੇ ਵੀ ਆਪਾਂ ਚਰਚਾ ਕੀਤੀ ਸੀ। ਤਾਂ ਹੁਣ ਚਰਚਾ ਨਵੀਂ ਛਿੜ ਗਈ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈ ਕਮਾਨ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਸਟਾਰ ਪ੍ਰਚਾਰਕ ਦੇ ਤੌਰ ਤੇ, ਪਾਰਟੀ ਦੇ ਲਈ ਕੰਮ ਕਰਨ ਦੇ ਤੌਰ ਤੇ ਵਰਤ ਸਕਦੀ ਹੈ, ਤਾਂ ਫਿਰ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪਿੱਛੇ ਕਿਉਂ ਸੁੱਟਿਆ ਜਾ ਰਿਹਾ? ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕਿਉਂ ਨਹੀਂ ਵਰਤਿਆ ਜਾ ਰਿਹਾ? ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਸ਼ਖਸੀਅਤ ਨੂੰ ਕਿਉਂ ਨਹੀਂ ਉਭਾਰਿਆ ਜਾ ਰਿਹਾ ਜਿਵੇਂ ਦੇਸ਼ ਦੇ ਵਿੱਚ ਉਭਾਰਿਆ ਜਾ ਰਿਹਾ? ਤੁਸੀਂ ਦੇਖਿਆ ਕਿ ਪਿਛਲੀਆਂ ਚੋਣਾਂ ਦੇ ਕੋਈ ਵੀ ਚੋਣਾਂ ਹੋਈਆਂ ਹੋਣ ਤਾਂ ਉਹਨਾਂ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਨਹੀਂ ਲਿਆਂਦਾ ਗਿਆ। ਪਰ ਆਮ ਤੌਰ ਤੇ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਪੰਜਾਬ ਤੋਂ ਬਾਹਰਲੇ ਸੂਬਿਆਂ ਦੀ ਗੱਲ ਹੋਵੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਪੂਰੇ ਤਰੀਕੇ ਨਾਲ ਉਭਾਰਿਆ ਜਾਂਦਾ ਹੈ, ਉਹਨਾਂ ਦੀ ਸ਼ਖਸੀਅਤ ਨੂੰ ਪੂਰੇ ਤਰੀਕੇ ਨਾਲ ਵਰਤਿਆ ਜਾਂਦਾ ਹੈ, ਉਹਨਾਂ ਦੇ ਕੰਠ ਨੂੰ ਪੂਰੇ ਤਰੀਕੇ ਨਾਲ ਵਰਤਿਆ ਜਾਂਦਾ, ਕਿਉਂਕਿ ਉਹ ਤੰਜ ਬਹੁਤ ਕੱਸਦੇ ਨੇ ਵਿਰੋਧੀਆਂ ਤੇ। ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਨਾ ਵਰਤਣ ਪਿੱਛੇ ਕੀ ਵਾਕਈ ਕੈਪਟਨ ਅਮਰਿੰਦਰ ਸਿੰਘ ਵਾਲੀ ਰਾਜਨੀਤੀ ਹੈ? ਸਿਰਫ ਔਰ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਰਾਜਨੀਤੀ।
ਤੁਸੀਂ ਆਪ ਹੀ ਇਸ ਦਾ ਜਵਾਬ ਆਖਰ ਦੇ ਵਿੱਚ ਦੇ ਦਿੱਤਾ। ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹਰਗਿਜ਼ ਇਹ ਨਹੀਂ ਚਾਹੁੰਦੇ ਕਿ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਉਸ ਦਾ ਕੋਈ ਬਦਲ ਲੋਕਾਂ ਨੂੰ ਨਜ਼ਰ ਆਵੇ। ਇੱਕੋ ਇੱਕ ਜਿਹੜੀ ਪਰਸਨੈਲਿਟੀ ਇਸ ਵੇਲੇ ਹੈ ਮੌਜੂਦਾ ਹਾਲਾਤਾਂ 'ਚ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਬਦਲ ਪੰਜਾਬ 'ਚ ਬਣ ਸਕਦੀ ਹੈ ਕਾਂਗਰਸ ਦੇ ਚਿਹਰੇ ਵਜੋਂ, ਉਹ ਨਵਜੋਤ ਸਿੰਘ ਸਿੱਧੂ ਨੇ। ਪਿਛਲੇ ਇਲੈਕਸ਼ਨਸ ਦੀ ਵੀ ਜੇ ਅਸੀਂ ਗੱਲ ਕਰੀਏ 2017 ਦੀਆਂ ਵਿਧਾਨ ਸਭਾ ਚੋਣਾਂ ਦੀਆਂ, ਉਦੋਂ ਜਦੋਂ ਸਿੱਧੂ ਇਸ ਪਾਰਟੀ ਦੇ ਵਿੱਚ ਆਏ ਸੀਗੇ ਉਦੋਂ ਵੀ ਉਹਨਾਂ ਨੂੰ ਜਿਹੜਾ ਹੈਗਾ ਪੰਜਾਬ ਵਿਧਾਨ ਸਭਾ ਦੇ ਚੋਣਾਂ ਦੀ ਕੈਨਵੈਸਿੰਗ ਲਈ ਬਹੁਤ ਜ਼ਿਆਦਾ ਯੂਜ਼ ਨਹੀਂ ਕੀਤਾ ਗਿਆ ਸੀਗਾ। ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦਾ ਪਤਾ ਹੈ ਕਿ ਜਿੰਨਾ ਸਿੱਧੂ ਨੂੰ ਅਸੀਂ ਸਟੇਜ ਤੇ ਲਿਆਵਾਂਗੇ, ਸਿੱਧੂ ਆਲਰੇਡੀ ਆਪਣੀ ਜਿਹੜੀ ਹੈ ਪਰਸਨੈਲਿਟੀ ਕਰਕੇ, ਆਪਣੇ ਖਾਸ ਮਖਸੂਸ ਬੋਲਣ ਦੇ ਅੰਦਾਜ਼ ਕਰਕੇ, ਆਪਣਾ ਜਿਹੜਾ ਹੈ ਇੱਕ ਵਿਰੋਧ ਕਰਕੇ ਲੋਕਾਂ ਦੇ ਵਿੱਚ ਪ੍ਰਭਾਵ ਛੱਡੇਗਾ। ਇਸ ਕਰਕੇ ਕਾਂਗਰਸ ਉਹਨਾਂ ਨੂੰ ਦੇਸ਼ ਦੇ ਵਿੱਚ ਦੂਸਰੀ ਜਗ੍ਹਾ ਤੇ ਤਾਂ ਵਰਤ ਰਹੀ ਹੈ, ਪੰਜਾਬ 'ਚ ਵੀ ਸ਼ਾਇਦ ਉਹ ਵਰਤਣਗੇ, ਲੇਕਿਨ ਇਸ ਵੇਲੇ ਚੀਫ ਮਿਨਿਸਟਰ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਥਿਤੀ ਬਹੁਤ ਮਜ਼ਬੂਤ ਹੈ ਵਿਦ ਇਨ ਦ ਕਾਂਗਰਸ ਪਾਰਟੀ ਦੇ ਅੰਦਰ ਹੀ, ਕਿਉਂਕਿ ਕੇਂਦਰ ਲੀਡਰਸ਼ਿਪ ਜਿਹੜੀ ਹੈ ਬੜੀ ਕਮਜ਼ੋਰ ਹੋ ਚੁੱਕੀ ਹੈ ਔਰ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਜਿੱਤਦੀ ਹੋਈ ਦੁਆਰਾ ਅਗਲੇ ਇਲੈਕਸ਼ਨ ਜਿੱਤਦੀ ਹੋਈ ਨਜ਼ਰ ਆ ਰਹੀ ਹੈ। ਜੋ ਅੱਜ ਦੇ ਮੌਜੂਦਾ ਹਾਲਾਤ ਨੇ, ਕੱਲ ਨੂੰ ਕੋਈ ਹਾਲਾਤ ਸਡਨਲੀ ਕੋਈ ਕਰਵਟ ਲੈ ਲੈਣ ਤਾਂ ਕਹਿ ਨਹੀਂ ਸਕਦੇ, ਕਿਉਂਕਿ ਰਾਜਨੀਤੀ ਵਿੱਚ ਕੁਝ ਵੀ ਚੀਜ਼ ਜਿਹੜੀ ਹੈ ਸਰਟਨ ਨਹੀਂ ਹੁੰਦੀ। ਸੋ ਇਸ ਕਰਕੇ ਅੱਜ ਦੇ ਦਿਨ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਕੈਪਟਨ ਜਿਹੜਾ ਹੈ ਸਿੱਧੂ ਨੂੰ ਕਿਸੇ ਤਰੀਕੇ ਨਾਲ ਇਸ ਤਰ੍ਹਾਂ ਦਾ ਮੁਕਾਮ ਮਿਲੇ ਕਿ ਲੋਕ ਉਹਨਾਂ ਨੂੰ ਕਾਂਗਰਸ ਦੇ ਪ੍ਰਧਾਨ ਦੇ ਤੌਰ ਤੇ ਜਾਂ ਅਗਲੇ ਕਾਂਗਰਸ ਦੇ ਮੁੱਖ ਮੰਤਰੀ ਦੇ ਬਦਲ ਦੇ ਤੌਰ ਤੇ ਦੇਖਣ ਲੱਗ ਜਾਣ। ਸੋ ਇੰਨੀ ਹੀ ਗੱਲ ਹੈ, ਇੰਨੀ ਹੀ ਕਹਾਣੀ ਹੈ। ਇਸੇ ਕਰਕੇ ਸਿੱਧੂ ਨੂੰ ਜਿਹੜਾ ਹੈ ਉਹ ਪਾਸੇ ਲਾ ਰੱਖਿਆ ਔਰ ਇਸੇ ਕਰਕੇ ਸਿੱਧੂ ਜਿਹੜੇ ਹੈ ਉਹ ਆਪਣਾ ਜਿਹੜਾ ਹੈ ਗੁੱਸਾ ਗਮ ਜਿਹੜਾ ਹੈ ਉਹ ਕਰਦੇ ਰਹਿੰਦੇ ਹੈ। ਕੈਪਟਨ ਅਮਰਿੰਦਰ ਸਿੰਘ ਜਿਹੜੇ ਹੈ ਪਤਾ ਹੈ ਜਦੋਂ ਹਰੀਸ਼ ਰਾਵਤ ਆ ਕੇ ਬਾਰ-ਬਾਰ ਉਹਨਾਂ ਨੂੰ ਕਹਿੰਦੇ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਕਦੀ ਸਿੱਧੂ ਨੂੰ ਪਾਸਟੇ ਉੱਤੇ ਬੁਲਾ ਲੈਂਦੇ ਹੈ ਜਾਂ ਕਦੀ ਉਹਨਾਂ ਦੀ ਤਾਰੀਫ ਵੀ ਕਰ ਦਿੰਦੇ ਹੈ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਸਿੱਧੂ ਜਿਹੜੇ ਹੈ ਉਹ ਕਈ ਵਾਰੀ ਉਹਨਾਂ ਦੀਆਂ ਗੱਲਾਂ 'ਚ ਆ ਜਾਂਦੇ ਆ, ਫਿਰ ਨਾਰਾਜ਼ਗੀ ਜ਼ਾਹਿਰ ਕਰਦੇ ਆ। ਐਤਕੀ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕਲਾਮ ਵੀ ਨਹੀਂ ਕੀਤਾ, ਲੇਕਿਨ ਸਿੱਧੂ ਵੀ ਜਿਹੜੇ ਹੈ ਉਹ ਖੁੱਲ੍ਹ ਕੇ ਬਗਾਵਤ ਨਹੀਂ ਕਰਦੇ ਤੇ ਕੈਪਟਨ ਵੀ ਜਿਹੜਾ ਹੈ ਉਹ ਇਹ ਨਹੀਂ ਕਹਿੰਦੇ ਕਿ ਮੈਂ ਸਿੱਧੂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦਾ ਕੋਈ ਅੰਦਰ, ਲੇਕਿਨ ਅੰਦਰੋਂ ਜਿਹੜੀ ਉਹਨਾਂ ਦੀ ਆਪਸੀ ਹੈ ਉਹ ਉਸ ਤਰ੍ਹਾਂ ਦੀ ਚੱਲੀ ਜਾ ਰਹੀ ਹੈ। ਜੀ ਭੋਗਲ ਸਾਹਿਬ, ਜਿਸ ਤਰੀਕੇ ਦੇ ਨਾਲ ਹੁਣ ਰਾਜਨੀਤੀ ਸਾਫ਼ ਤੌਰ ਤੇ ਸਮਝ 'ਚ ਆਉਣ ਲੱਗੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਵੱਲੋਂ ਬਾਹਰਲੇ ਸੂਬਿਆਂ 'ਚ ਤਾਂ ਵਰਤਿਆ ਜਾਂਦਾ ਹੈ, ਤਾਂ ਹੁਣ ਪੰਜਾਬ ਦੇ ਵਿੱਚ ਨਹੀਂ ਵਰਤਿਆ ਜਾਂਦਾ ਨਵਜੋਤ ਸਿੰਘ ਸਿੱਧੂ ਨੂੰ। ਸਿਆਸਤ ਤੇ ਸਮਝ ਆਉਣ ਲੱਗੀ ਹੈ ਕਾਂਗਰਸ ਦੇ ਵਿੱਚ ਵੀ, ਆਮ ਲੋਕਾਂ ਨੂੰ ਵੀ, ਕਿ ਕਾਂਗਰਸ ਹਾਈ ਕਮਾਨ ਇਸ ਚੀਜ਼ ਨੂੰ ਸਮਝਦੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਨੂੰ ਕਿ ਆਪਣੇ ਆਪ ਨੂੰ ਚਮਕਾਉਣ ਦੇ ਲਈ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਪਾਸੇ ਸੁੱਟ ਰਹੇ ਨੇ, ਕਿ ਜੇਕਰ ਉਹਨਾਂ ਦੇ ਇਹ ਸਮਝ ਦੇ ਵਿੱਚ ਸਿਆਸਤ ਆਉਂਦੀ ਹੈ ਤਾਂ ਫਿਰ ਕੋਈ ਫਾਇਦਾ ਦੇਣ ਦੀ ਕੋਸ਼ਿਸ਼ ਕਰੇਗੀ, ਨਵਜੋਤ ਸਿੰਘ ਸਿੱਧੂ ਨੂੰ ਉਭਾਰਨ ਦੀ ਕੋਸ਼ਿਸ਼ ਕਰੇਗੀ ਕਾਂਗਰਸ ਹਾਈ ਕਮਾਨ। ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਕਿ ਕਾਂਗਰਸ ਹਾਈ ਕਮਾਨ ਬਿਲਕੁਲ ਚਾਹੁੰਦੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਅਹਿਮ ਰੋਲ ਪੰਜਾਬ 'ਚ ਦਿੱਤਾ ਜਾਵੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਭਾਵੇਂ ਹੋਣ ਵਾਲੀਆਂ ਇਲੈਕਸ਼ਨ ਜਿੱਤੇ ਇਸ ਵੇਲੇ ਨਜ਼ਰ ਆ ਰਹੇ ਹੈ, ਲੇਕਿਨ ਕੈਪਟਨ ਅਮਰਿੰਦਰ ਸਿੰਘ ਦਾ ਲੋਕਾਂ ਦੇ ਵਿੱਚ ਨੈਗੇਟਿਵਿਟੀ ਵੀ ਹੈ, ਵਿਰੋਧ ਵੀ ਹੈ ਕਿ 4 ਸਾਲ ਉਹਨਾਂ ਨੇ ਕੁਝ ਕੀਤਾ ਨਹੀਂ। ਔਰ ਫਿਰ ਕਾਂਗਰਸ ਨਜ਼ਰ ਆਉਂਦਾ ਹੈ ਕਿ ਇੱਕ ਅਗਲੇ ਟਾਈਮ ਕੈਪਟਨ ਅਮਰਿੰਦਰ ਸਿੰਘ ਆਲਰੇਡੀ 77 ਸਾਲ ਦੇ ਹੋ ਚੁੱਕੇ ਹੈ, ਉਹਨਾਂ ਦਾ 11 ਤਰੀਕ ਨੂੰ ਉਹਨਾਂ ਦਾ 77ਵਾਂ ਜਾਂ 78ਵਾਂ ਜਨਮ ਦਿਨ ਸੀਗਾ। ਸੋ ਕਾਂਗਰਸ ਨੂੰ ਬੜੀ ਲੋੜ ਹੈ ਕਿ ਅਗਲਾ ਜਿਹੜਾ ਪੰਜਾਬ ਕਾਂਗਰਸ ਦਾ ਲੀਡਰ ਹੈ ਉਹ ਨਜ਼ਰ ਆਉਣਾ ਲੋਕਾਂ ਨੂੰ ਸ਼ੁਰੂ ਹੋਵੇ, ਉਸ ਦੀ ਕੋਈ ਭਵਿੱਖ ਬਣੇ। ਸਿੱਧੂ ਅਜੇ ਰਾਜਨੀਤੀ ਦੇ ਹਿਸਾਬ ਨਾਲ ਅਜੇ ਵੀ ਨੌਜਵਾਨ ਨੇ, ਹੀ ਇਜ਼ ਇਨ ਹਿਜ਼ ਮਿਡ 50s। ਤੋਂ ਕੇਂਦਰੀ ਕਾਂਗਰਸ ਲੀਡਰਸ਼ਿਪ ਜਿਹੜੀ ਹੈ ਉਹਨਾਂ ਦੀ ਚਿੰਤਾ ਜ਼ਾਹਿਰ ਹੈ, ਪਰ ਸਵਾਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਡਿਫਾਈ ਨਹੀਂ ਕਰ ਸਕਦੇ, ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਹੈ ਉਹ ਪੂੰਝ ਕੇ ਨਹੀਂ ਸਿੱਟ ਸਕਦੇ। ਕੈਪਟਨ ਅਮਰਿੰਦਰ ਸਿੰਘ ਦੀ ਸਥਿਤੀ ਪੰਜਾਬ 'ਚ ਮਜ਼ਬੂਤ ਹੈ, ਸੋ ਮਚ ਸੋ ਕਿ ਉਹਨਾਂ ਨੂੰ ਕੇਂਦਰ ਵਿੱਚ ਬੈਠੀ ਇਸ ਵੇਲੇ ਭਾਜਪਾ ਸਰਕਾਰ ਦਾ ਵੀ ਸਮਰਥਨ ਹੈ। ਪੰਜਾਬ ਕਾਂਗਰਸ ਸਰਕਾਰ ਪੰਜਾਬ ਦੇ ਵਿੱਚ ਕਾਂਗਰਸ ਦੀ ਹੈ, ਲੇਕਿਨ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਈਵਨ ਟੈਸਿਟ ਸਪੋਰਟ ਹੈ ਕੇਂਦਰ ਦੀ ਬੀਜੇਪੀ ਸਰਕਾਰ ਦੀ। ਉਹਦੇ ਵਜ੍ਹਾ ਕਈ ਨੇ, ਉਸ ਦੇ ਬਾਰੇ ਆਪਾਂ ਅਲੱਗ ਤੋਂ ਚਰਚਾ ਕਰ ਸਕਦੇ ਹਾਂ ਕਿਸੇ ਵੇਲੇ, ਕਈ ਵਜੂਹਾਤ ਨੇ ਉਸ ਦੀਆਂ। ਸੋ ਇਸ ਕਰਕੇ ਸਰਕਾਰ ਲੱਖ ਚਾਵੇ, ਲੇਕਿਨ ਉਹ ਮਜਬੂਰ ਨੇ। ਸਿੱਧੂ ਨੂੰ ਪੰਜਾਬ ਦੇ ਵਿੱਚ ਜੋ ਚਾਹੁੰਦੇ ਹੈ ਉਸ ਤਰੀਕੇ ਨਾਲ ਉਹਨਾਂ ਨੂੰ ਨਹੀਂ ਇੱਥੇ ਮੁਕਾਮ ਮਿਲ ਸਕਦਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਨਹੀਂ ਚਾਹੁੰਦੇ ਕਿ ਸਿੱਧੂ ਜਿਹੜੇ ਹੈ ਉਹ ਸੈਂਟਰ ਸਟੇਜ ਦੇ ਉੱਤੇ ਆਉਣ। ਸੋ ਇਹੀ ਮਸਲਾ ਹੈ, ਇੰਨੀ ਗੱਲ ਹੈ ਇਹਦੇ ਵਿੱਚ। ਤੁਹਾਨੂੰ ਲੱਗਦਾ ਕਿ ਹੁਣ ਕਿਉਂਕਿ ਸੂਚੀ ਦੇ ਵਿੱਚ ਪੰਜਾਬ ਦੇ ਵਿੱਚੋਂ ਜੈਵੀਰ ਸ਼ੇਰਗਿੱਲ ਦੀ ਜੇਕਰ ਗੱਲ ਕਰੀਏ ਤਾਂ ਉਸ ਤੋਂ ਬਾਅਦ ਜਿਹੜੇ 2 ਨਾਮ ਨੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੇ, ਕੀ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਤੇ ਜਿਹੜੇ ਹੈਗੇ ਆ ਤਸਵੀਰ ਸਾਨੂੰ ਨਵਜੋਤ ਸਿੰਘ ਸਿੱਧੂ ਦੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਇਕੱਠਿਆਂ ਦੀ ਸਟੇਜ ਤੇ ਇਕੱਠਿਆਂ ਨੂੰ ਬੋਲਦੇ ਹੋਏ, ਇਕੱਠਿਆਂ ਨੂੰ ਕੰਮ ਕਰਦੇ ਨੂੰ ਦੇਖਣ ਨੂੰ ਮਿਲੂਗੀ ਜਿੱਥੇ ਜਿੱਥੇ ਹੁਣ ਵੀ ਇਹਨਾਂ ਦੀ ਡਿਊਟੀ ਲੱਗੀ ਹੈ?
ਬਿਲਕੁਲ ਨਹੀਂ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਮੈਨੂੰ ਨਹੀਂ ਲੱਗਦਾ ਕੋਈ ਖਾਸ ਦਿਲਚਸਪੀ, ਅੱਗੇ ਵੀ ਉਹਨਾਂ ਨੇ ਕਦੀ ਜਿਹੜੀ ਹੈ ਰੈਸਟ ਆਫ ਇੰਡੀਆ ਦੇ ਵਿੱਚ ਜਾ ਕੇ ਕੈਨਵੈਸਿੰਗ ਕਦੇ ਖਾਸ ਦਿਲਚਸਪੀ ਨਹੀਂ ਲਈ। ਬਹੁਤ ਉਹਨਾਂ ਨੂੰ ਮਜਬੂਰੀ ਉਹ ਕਈ ਦਿਨਾਂ ਦੇ ਲਈ ਗਏ ਸੀ, ਮੇਰੇ ਖਿਆਲ 'ਚ 1-2 ਦਿਨਾਂ ਬਾਅਦ ਹੀ ਉਹ ਆ ਗਏ ਸੀ ਦਿੱਲੀ ਇਸ ਕਰਕੇ ਕਿ ਦਿੱਲੀ ਤਾਂ ਉਹ ਅਕਸਰ ਜਾਂਦੇ ਰਹਿੰਦੇ ਆ, ਦਿੱਲੀ ਉਹਨਾਂ ਦਾ ਆਪਣਾ ਇੱਕ ਸਰਕਲ ਹੈਗਾ, ਸੋ ਵਿੱਚੋਂ ਟਾਈਮ ਕੱਢ ਕੇ ਜਿੰਨੇ ਦਿਨਾਂ ਦਾ ਉਹਨਾਂ ਦਾ ਸੀਗਾ ਪ੍ਰਚਾਰ ਕਰਨ ਦਾ ਟਾਈਮ, ਉਦੋਂ ਕਾਫੀ ਦਿਨ ਪਹਿਲਾਂ ਹੀ ਮੁੜਿਆ ਸੀ ਉਹ। ਹਾਂ ਬਿਲਕੁਲ, ਇਸ ਕਰਕੇ ਅਮਰਿੰਦਰ ਸਿੰਘ ਨੇ ਜਦੋਂ ਆਪਣੇ ਵਾਅਦੇ ਗਿਣਵਾਏ ਤਾਂ ਉੱਥੇ ਫਿਰ ਕਾਫੀ ਮਜ਼ਾਕ ਉੱਡਿਆ ਸੀ ਉਹਨਾਂ ਦਾ, ਕਹਿੰਦੇ ਕਿ ਇਹ ਵਾਅਦੇ ਜਿਹੜੇ ਤੁਸੀਂ ਗਿਣਾਏ ਤਾਂ ਪੂਰੇ ਨਹੀਂ ਹੋਏ। ਮਜ਼ਾਕ ਉੱਡਣ ਦੀ ਦੂਸਰੀ ਗੱਲ ਹੈ ਜਿਨ੍ਹਾਂ ਰਾਜਾਂ ਦੇ ਵਿੱਚ ਹੁਣ ਚੋਣਾਂ ਹੋ ਰਹੀਆਂ, 5 ਰਾਜ ਜਿਹੜੇ ਹੈ, ਅਸਮ ਹੋ ਗਿਆ ਔਰ ਵੈਸਟ ਬੰਗਾਲ ਹੋ ਗਿਆ, ਦੈਨ ਸਾਡੀ ਤਾਮਿਲਨਾਡੂ ਹੋ ਗਿਆ, ਗੋਆ ਅਤੇ ਪੁਡੂਚੇਰੀ ਹੋ ਗਿਆ, ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਜ਼ਬਰਦਸਤ ਗਰਮੀ ਦਾ ਮੌਸਮ ਹੈਗਾ। ਤੇ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਮੈਂ ਹੁਣ ਇਸ ਮਾਮਲੇ 'ਚ ਕੁਝ ਕਹਿੰਦਾ ਚੰਗਾ ਵੀ ਨਹੀਂ ਲੱਗਦਾ। ਮੈਨੂੰ ਨਹੀਂ ਉਮੀਦ ਹੈ ਕਿ ਇੱਕ ਵੀਕ ਦੇ ਦੌਰੇ ਤੇ ਚਲੇ ਜਾਣਗੇ, ਬਹੁਤ ਮਜਬੂਰੀ ਹੋਈ ਕਿਸੇ ਇੱਕ ਅੱਧੀ ਜਗ੍ਹਾ ਤੇ ਜਾ ਕੇ ਕੋਈ ਕੈਨਵੈਸਿੰਗ ਕਰਕੇ ਇੱਕ ਅੱਧੇ ਦਿਨ ਲਈ ਆ ਜਾਣਗੇ। ਜੈਵੀਰ ਸ਼ੇਰਗਿੱਲ ਨੂੰ ਕੋਈ ਨਹੀਂ ਜਾਣਦਾ, ਜੈਵੀਰ ਸ਼ੇਰਗਿੱਲ ਬੜਾ ਪ੍ਰੋਮਿਸਿੰਗ ਯੰਗ ਪਰਸਨ ਹੈਗਾ, ਨੋ ਡਾਊਟ ਕਾਂਗਰਸ ਦਾ ਸਪੋਕਸ ਪਰਸਨ ਵੀ ਹੈ, ਲੇਕਿਨ ਉਹਦੀ ਉਹ ਵੈਲਿਊ ਨਹੀਂ ਹੈ। ਸੋ ਸਿੱਧੂ ਵਾਕਈ ਹੀ ਸਟਾਰ ਪ੍ਰਚਾਰਕ ਹੈ, ਸਿੱਧੂ ਜੇ ਜਾਣਗੇ ਤਾਂ ਲੋਕ ਇਕੱਠੇ ਜ਼ਰੂਰ ਹੋ ਜਾਣਗੇ। ਸੋ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਸਿੱਧੂ ਦੀ ਖਾਸੀਅਤ ਹੈ ਕਿ ਉਹ ਭੀੜ ਇਕੱਠੀ ਕਰ ਸਕਦੇ ਆ, ਲੋਕ ਉਹਨਾਂ ਦੇ ਨਾਂ ਨੂੰ ਆ ਜਾਂਦੇ ਆ, ਇਵੇਂ ਜਿਵੇਂ ਭਗਵੰਤ ਮਾਨ ਭੀੜ ਇਕੱਠੀ ਕਰ ਲੈਂਦਾ ਜਾਂ ਹੋਰ ਕੋਈ ਇਸ ਤਰ੍ਹਾਂ ਦੀ ਪਰਸਨੈਲਿਟੀ ਭੀੜ ਇਕੱਠੀ ਕਰ ਲੈਂਦੇ ਆ। ਲੇਕਿਨ ਜਦੋਂ ਲੋਕਾਂ ਨੇ ਵੋਟ ਪਾਉਣੀ ਹੁੰਦੀ ਹੈ ਤਾਂ ਫਿਰ ਉਹ ਉਸ ਪਾਰਟੀ ਦੀ ਪਰਫਾਰਮੈਂਸ ਔਰ ਦੂਸਰੇ ਇਸ਼ੂਜ਼ ਨੂੰ ਦੇਖਦੇ ਆ। ਸੋ ਸਿੱਧੂ ਨਜ਼ਰ ਆਉਣਗੇ, ਬਕਾਇਦਾ ਨਜ਼ਰ ਆਉਣਗੇ, ਕਿਉਂਕਿ ਉਹ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਦੇ ਮੁਤਾਬਕ ਉਹਨਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਨਗੇ, ਉਹਨਾਂ ਤੋਂ ਬਾਹਰ ਨਹੀਂ ਹੋ ਸਕਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਵੀ ਪੰਜਾਬ 'ਚ ਕੁਝ ਮਿਲਣਾ ਤਾਂ ਕਾਂਗਰਸ ਦੀ ਲੀਡਰਸ਼ਿਪ ਦੇ ਬਲਬੂਤੇ ਤੇ ਮਿਲਣਾ। ਸਿੱਧੂ ਦਾ ਪੰਜਾਬ ਕਾਂਗਰਸ 'ਚ ਆਪਣਾ ਕੋਈ ਧੜਾ ਨਹੀਂ ਹੈ, ਕੋਈ ਬਹੁਤ ਬੜਾ ਪੋਲੀਟੀਕਲ ਨਹੀਂ ਹੈ ਉਹਨਾਂ ਦਾ। ਸੋ ਕੈਪਟਨ ਅਮਰਿੰਦਰ ਸਿੰਘ ਨਜ਼ਰ ਨਹੀਂ ਆਉਣਗੇ, ਜੈਵੀਰ ਸ਼ੇਰਗਿੱਲ ਹੋ ਸਕਦਾ ਜਾਣ ਕਿਤੇ, ਲੇਕਿਨ ਨਵਜੋਤ ਸਿੰਘ ਸਿੱਧੂ ਵਿਲ ਆਲਵੇਜ਼ ਬੀ ਹੈਡ ਐਂਡ ਸ਼ੋਲਡਰ ਟਾਲਰ ਦੈਨ ਆਲ ਅਦਰਸ। ਨਵਜੋਤ ਸਿੰਘ ਸਿੱਧੂ ਦੀ ਜੋ ਪ੍ਰੈਜ਼ੈਂਸ ਰਹੇਗੀ ਉਹ ਕਿਸੇ ਹੋਰ ਦੀ ਨਹੀਂ ਰਹੇਗੀ। ਸੋ ਇਸ ਤਰ੍ਹਾਂ ਦੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ। ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਵੀ ਉਦੋਂ ਹੀ ਦੇਖਣ ਨੂੰ ਮਿਲੇ ਸੀ ਜਦੋਂ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਪੰਜਾਬ ਆਏ ਸੀ, ਉਦੋਂ ਬਿਨਾਂ ਤੋਂ ਦੇਖਣ ਨੂੰ ਮਿਲੇ ਸੀ। ਜਦੋਂ ਬਠਿੰਡੇ ਆਏ ਸੀ ਤੇ ਸੁਨੀਲ ਜਾਖੜ ਦੇ ਲਈ ਗੁਰਦਾਸਪੁਰ ਗਏ ਸੀ ਤਾਂ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਹੀ ਦੇਖਣ ਨੂੰ ਮਿਲੇ ਸੀ। ਹਾਂ ਬਿਲਕੁਲ, ਉਹਨਾਂ ਨੂੰ ਅਦਰਵਾਈਜ਼ ਪੰਜਾਬ ਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ। ਜਦੋਂ ਕੇਂਦਰ ਦੀ ਲੀਡਰਸ਼ਿਪ ਨਹੀਂ ਆਉਂਦੀ ਤਾਂ ਪੰਜਾਬ ਦੇ ਜਿਹੜੇ ਨੇਤਾ ਨੇ, ਅਮਰਿੰਦਰ ਸਿੰਘ ਦਾ ਧੜਾ ਹਾਵੀ ਹੈ, ਉਹ ਹਮੇਸ਼ਾ ਇਸ ਤਰ੍ਹਾਂ ਦੀ ਕੋਈ ਹਰਕਤ ਕਰਦਾ ਕਿ ਸਿੱਧੂ ਨਾਰਾਜ਼ ਹੋਣ। ਸਿੱਧੂ ਨੂੰ ਲੱਗਦਾ ਕਿ ਜਿਹੜੀ ਹੈ ਬੇਇੱਜ਼ਤੀ ਹੁੰਦੀ ਹੈ ਜਾਂ ਮੈਨੂੰ ਜਿਹੜਾ ਮੇਰਾ ਬੰਦਾ ਜਿਹੜਾ ਮਾਨ ਸਨਮਾਨ ਉਹ ਨਹੀਂ ਦਿੱਤਾ ਜਾਂਦਾ, ਫਿਰ ਉਹ ਜਾਂਦੇ ਹੀ ਨਹੀਂ ਉੱਥੇ। ਉਹ ਉਦੋਂ ਹੀ ਜਾਂਦੇ ਪ੍ਰਿਯੰਕਾ ਗਾਂਧੀ ਆਉਂਦੀ ਹੈ ਜਾਂ ਰਾਹੁਲ ਗਾਂਧੀ ਆਉਂਦੇ ਆ। ਸੋ ਬੜਾ ਸੁਭਾਵਿਕ ਕਿ ਉਹਨਾਂ ਦਾ ਆਪਣਾ ਜਿਹੜਾ ਹੈ, ਆਪਣੀ ਜਿਹੜੀ ਪਕੜ ਹੈ ਉਹ ਹੈ ਨਹੀਂ ਪੰਜਾਬ ਕਾਂਗਰਸ ਦੇ ਵਿੱਚ। ਕੈਪਟਨ ਅਮਰਿੰਦਰ ਸਿੰਘ ਧੜਾ ਜਾਣਬੁੱਝ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਉੱਥੋਂ ਹੁੰਦੀਆਂ ਕਿ ਸਿੱਧੂ ਉੱਥੋਂ ਭੱਜੇ, ਸਿੱਧੂ ਨਜ਼ਰ ਨਾ ਆਵੇ। ਬਿਲਕੁਲ। ਤਾਂ ਭੋਗਲ ਸਾਹਿਬ, ਤੁਸੀਂ ਸਾਡੇ ਨਾਲ ਇਹਨਾਂ ਅਹਿਮ ਖਬਰਾਂ ਦੇ ਉੱਪਰ ਜੁੜੇ, ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਵਿਚਾਰ ਚਰਚਾ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਤੁਹਾਡਾ ਵੀ, ਔਰ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ।